एक पासे भगवंत मान ਜਿਹੜੇ ਹੈਗੇ ਆ ਬੇਅਦਬੀ ਮਾਮਲਿਆਂ ਦੀ ਰਿਪੋਰਟ ਭਾਈ ਅਜਨਾਲਾ ਸਾਹਿਬ ਤੇ ਹੋਰ ਸਿੱਖਾਂ ਨੂੰ ਸੌਂਪ ਕੇ ਆਗੂਆਂ ਨੂੰ ਸੌਂਪ ਕੇ ਪੋਸਟ ਕਰ ਰਹੇ ਆ। ਭਾਈ ਅਜਨਾਲਾ ਸਾਹਿਬ ਵੀ ਪੋਸਟ ਕਰ ਰਹੇ ਵੀ ਬਰਗਾੜੀ ਮਾਮਲਿਆਂ ਦੀ ਜਿਹੜੀ ਰਿਪੋਰਟ ਹੈਗੀ ਮਿਲ ਗਈ ਆ। ਅਧੂਰੀ ਰਿਪੋਰਟ ਆ, ਮੈਂ ਕਹੂੰਗਾ ਇਹ ਅਧੂਰੀ ਹੈ ਕਿਉਂਕਿ ਰਿਪੋਰਟ ਦੇ ਵਿੱਚ ਵੀ ਲਿਖਿਆ, ਉਸ ਚਲਾਨਾਂ ਦੀ ਕਾਪੀ ਦੇ ਵਿੱਚ ਵੀ ਪਿੱਛੇ ਲਿਖਿਆ ਕਿ ਹਜੇ ਜਾਂਚ ਜਿਹੜੀ ਚੱਲ ਰਹੀ ਹੈ। ਮੈਂ ਕਿਸਮ ਦਾ ਕਿਤਨਾ ਕਿਤੇ ਸਰਕਾਰ ਦੀ ਇਹ ਕੁਝ ਹੀ ਉਹ ਸਾਜ਼ਿਸ਼ ਆ ਸਿੱਖਾਂ ਨੂੰ ਪਾੜਨ ਦੀ। ਡੇਰਾ ਸਰਸਾ ਦੇ ਬਲਾਤਕਾਰੀ ਕਾਤਲ ਮੁਖੀ ਗੁਰਮੀਤ ਰਾਮ ਰਹੀਮ ਇਹਦੇ ਵਿੱਚ ਜਿਹੜਾ ਸਿੱਧੇ ਤੌਰ ਤੇ ਦੋਸ਼ੀ ਪਾਇਆ ਗਿਆ ਤਾਂ ਉਹ ਤੇ ਪਾਇਆ ਗਿਆ, ਪਰ ਨਾਲ ਹੀ ਇੱਕ ਅਕਾਲੀ ਦਲ ਬਾਦਲ ਨੂੰ ਜਿਹੜਾ ਹੈਗਾ ਤੁਸੀਂ ਵੀ ਭਾਈ ਅਜਨਾਲਾ ਸਾਹਿਬ ਵੀ ਭਾਈ ਦਾਦੂਵਾਲ ਸਾਹਿਬ ਵੀ ਧਿਆਨ ਸਿੰਘ ਮੰਡ ਸਾਹਿਬ ਵੀ ਸਿਮਰਨਜੀਤ ਸਿੰਘ ਮਾਨ ਜਿੰਨੇ ਵੀ ਮਤਲਬ ਪੰਥਕ ਅਕਾਲੀ ਦਲ ਬਾਦਲ ਤੋਂ ਬਿਨਾਂ ਸਾਰੀਆਂ ਪੰਥਕ ਧਿਰਾਂ ਅਕਾਲੀ ਦਲ ਬਾਦਲ ਨੂੰ ਵਾਰ-ਵਾਰ ਨਿਸ਼ਾਨੇ ਤੇ ਲੈਂਦੀਆਂ ਹੁੰਦੀਆਂ ਸੀ। ਕਿ ਭਗਵੰਤ ਮਾਨ ਵੀ ਸਭ ਤੋਂ ਵੱਧ ਉਹ ਕਹਿੰਦੇ ਸੀ ਵੀ ਅਕਾਲੀ ਦਲ ਬਾਦਲ ਦੋਸ਼ੀ ਆ ਤਾਂ ਉਹ ਇਸ ਰਿਪੋਰਟ ਜਨਤਕ ਹੋਣ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਕਹਿ ਰਿਹਾ ਵੀ ਸਾਨੂੰ ਝੂਠਾ ਬਦਨਾਮ ਕੀਤਾ ਜਾ ਰਿਹਾ ਸੀ, ਸਾਡਾ ਬੇਅਦਬੀ ਮਾਮਲੇ 'ਚ ਕੋਈ ਹੱਥ ਹੀ ਹੈ। ਸਰਕਾਰ ਸੀ ਬਾਈ ਮੌਜੂਦਾ 1 ਜੂਨ 2015 ਨੂੰ ਗੁਰੂ ਸਾਹਿਬ ਦੇ ਸਰੂਪ ਚੋਰੀ ਕਰ ਲਏ ਗਏ ਆ। 2015 ਦੀ ਟਰਮ 17 ਤੱਕ ਚੱਲੀ ਆ, ਕਿਹਦੀ ਆ? 12 ਤੋਂ 17 ਤੱਕ ਦੀ ਸਰਕਾਰ ਕਿਹਦੀ ਆ? ਇੱਕ ਨੌਜਵਾਨ ਦਾ ਕਤਲ ਹੋਇਆ, ਆਪਾਂ ਅੱਗੇ ਵੀ ਗੱਲ ਕਰਦੇ ਹਾਂ। ਕਿਹਦੀ ਸਰਕਾਰ ਦੇ ਵਿੱਚ ਹੋਇਆ? ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਨਾ। ਲਾਅ ਐਂਡ ਆਰਡਰ ਤੇ ਸ਼ਾਸਨ ਦੇ ਵਿੱਚ ਗੱਲਾਂ ਉੱਠ ਖੜੀਆਂ। ਲੋਕਾਂ ਨੇ ਜਾਂ ਆਪਾਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਗੱਲ ਚੱਕੀ ਆ ਵੀ ਪੰਜਾਬ 'ਚ ਲਾਅ ਐਂਡ ਆਰਡਰ ਮੇਨਟੇਨ ਨਹੀਂ ਹੈਗਾ। ਕਿਹਦੇ ਅੰਡਰ ਆ ਬਈ? ਭਗਵੰਤ ਮਾਨ ਦੇ ਅੰਡਰ ਆ। ਤੇ ਜੇ ਉੱਥੇ ਹੁਣ ਉਹੀ ਕਾਰਵਾਈ ਉਹ ਕਤਲ ਦੇ ਵਿੱਚ ਪੁਲਿਸ ਵਾਲਿਆਂ ਦੀ ਹੁੰਦੀ ਤਾਂ ਸਿੱਧਾ ਦੋਸ਼ੀ ਭਗਵੰਤ ਮਾਨ ਆ ਨਾ। ਅੱਜ ਵੀ ਭਗਵੰਤ ਮਾਨ ਕਿਤੇ ਨਾ ਕਿਤੇ ਦੋਸ਼ੀਆਂ ਦੀ ਕਤਾਰ ਦੇ ਵਿੱਚ ਇਸ ਕਰਕੇ ਖੜਾ ਹੈ ਜੇ ਉਹ ਸਹੀ ਅਸਲ ਦੋਸ਼ੀਆਂ ਨੂੰ ਜੇਲ੍ਹ 'ਚ ਨਹੀਂ ਬੰਦ ਕਰਦਾ, ਅਸਲ ਕਟਹਿਰੇ ਦੇ ਵਿੱਚ ਨਹੀਂ ਖੜ ਕੇ ਉਹਨਾਂ ਨੂੰ ਸਜ਼ਾਵਾਂ ਹੁੰਦੀਆਂ। ਉਸੇ ਤਰੀਕੇ ਨਾਲ ਜੇ ਬੇਅਦਬੀ ਹੋਈ ਹੈ, ਕਿਹਦੇ ਰਾਜ 'ਚ ਹੋਈ ਹੈ, ਡਿਨਾਈ ਨਹੀਂ ਕਰ ਸਕਦੇ ਬਾਈ। ਉਹ ਕਹਿੰਦੇ ਇੱਕ ਛੋਟਾ ਸਰੂਪ ਸੀਗਾ, ਸੂਖਮ ਸਰੂਪ 1 ਇੰਚੀ ਦਾ ਸ਼ਾਇਦ, ਉਹ ਪੁਰਾਣੇ ਸਮੇਂ ਦੇ ਵਿੱਚ ਕੈਪਟਨ ਦੇ ਰਾਜ ਦੇ ਵਿੱਚ ਕਹਿੰਦੇ ਉਹ ਚੋਰੀ ਹੋ ਗਿਆ ਸੀ, ਉਹਦੇ ਬਾਰੇ ਗਏ ਸੀ। ਉੱਥੇ ਕਹਿੰਦੇ ਗੱਲ ਚੱਲ ਪਈ ਵੀ ਬਰਗਾੜੀ ਵਾਲੀ ਗੱਲ ਚੱਲ ਪਈ ਵੀ ਉਹ ਵੀ ਦਿਓ ਜੀ, ਉਹਦਾ ਇਨਸਾਫ ਦੱਸੋ ਜੀ, ਤੁਸੀਂ ਕਿਹਾ ਸੀ 24 ਘੰਟੇ 'ਚ ਕਰਾਂਗੇ। ਤਾਂ ਕਹਿੰਦੇ ਉਹਨਾਂ ਨੇ ਸਾਨੂੰ ਕਿਹਾ ਲਓ ਜੀ ਇਹ ਤਾਂ ਰਿਪੋਰਟ ਬਣੀ ਪਈ ਆ, ਰਿਪੋਰਟ ਲੈ ਜਾਓ ਤੁਸੀਂ। ਮੱਝ ਦਾ ਸੌਦਾ ਕਰਨ ਗਏ, ਸਾਈ ਮੱਝ ਦੀ ਫੜਾ ਕੇ ਝੋਟਾ ਖੋਲ ਕੇ ਲਿਆਉਣੇ ਹੋ। ਗੱਲ ਗੁਰੂ ਗ੍ਰੰਥ ਸਾਹਿਬ ਦੇ ਛੋਟੇ ਸਰੂਪ ਦੀ ਕਰਨ ਗਏ ਹੋ। ਉਹ ਸਰੂਪ ਦਾ ਜ਼ਿਕਰ ਹੈ ਤੁਹਾਡੀ ਰਿਪੋਰਟ ਦੇ ਵਿੱਚ? ਤੁਸੀਂ ਬੁਰਜ ਜਵਾਹਰ ਸਿੰਘ ਦਾ ਚੱਕ ਕੇ ਲਈ ਆਉਂਦੇ ਹੋ। ਇਹਦਾ ਮਤਲਬ ਤੁਸੀਂ ਉਹਨੂੰ ਡਿਨਾਈ ਕਰੇ ਆਏ ਹੋ, ਉਹਨਾਂ ਦੇ ਨਾਲ ਸਮਝੌਤਾ ਕਰੇ ਆਏ ਹੋ ਵੀ ਉਹ ਬੇਅਦਬੀ ਦੀ ਗੱਲ ਨਾ ਕਰੋ, ਦੂਜੀ ਦੀ ਕਰ ਲਓ ਤੇ ਲੈ ਜਾਓ। ਤੁਸੀਂ ਕਿਹਾ ਵੀ 1 ਮਹੀਨਾ ਪੁਰਾਣੀ ਰਿਪੋਰਟ ਹੈ ਇਹ ਜਿਹੜੀ ਹੈਗੀ ਹੈ, ਇਹ ਚਲਾਣਾਂ ਦੀ ਕਾਪੀ ਹੈ ਕਿ ਤੁਸੀਂ ਵੀ ਪਹਿਲਾਂ ਦੇਖੀ ਹੈ ਕਿ 1 ਮਹੀਨਾ ਪਹਿਲਾਂ ਤੁਹਾਡੇ ਕੋਲ ਕਿਸ ਗੱਲ ਦਾ ਕੀ ਸਬੂਤ ਹੈ? ਜਿਹੜੀਆਂ ਅਖਬਾਰਾਂ ਦੀਆਂ ਕਟਿੰਗ ਪਈਆਂ ਹੋਣਗੀਆਂ ਆਪਣੇ ਕੋਲੇ ਵੀ ਜਾਂ ਨੈੱਟ ਤੇ ਵੀ ਤੁਸੀਂ ਕੱਢ ਕੇ ਦੇਖੋ ਵੀ ਸਰਸੇ ਵਾਲੇ ਨੂੰ ਕਿੱਦੇ ਨਾਮਜ਼ਦ ਕੀਤਾ, ਉਹ ਇਸ ਰਿਪੋਰਟ ਦੇ ਬਿਹੇਵ ਤੇ ਕੀਤਾ। ਇਹਨਾਂ ਚਲਾਨਾਂ ਦੀ ਮੇਰੇ ਖਿਆਲ 'ਚ ਅਪ੍ਰੈਲ ਦੇ ਆਖਰੀ ਮਹੀਨੇ ਦੇ ਵਿੱਚ ਆਨਲਾਈਨ ਪੇਸ਼ੀ ਅਪ੍ਰੈਲ ਦੇ ਵਿੱਚ ਉਹਨਾਂ ਦੀ ਫਰੀਦਕੋਟ ਦੀ ਅਦਾਲਤ ਦੇ ਵਿੱਚ ਪਈ ਆ। ਉਦੋਂ ਪਹਿਲਾਂ ਚਲਾਨ ਪਹਿਲਾਂ ਦਿੱਤਾ ਜਾਂਦਾ, ਫਿਰ ਉਸ ਤੋਂ ਬਾਅਦ ਪੇਸ਼ੀ ਪੈਂਦੀ ਹੈ। ਉਹ ਚਲਾਨ ਦਿੱਤਾ ਗਿਆ, ਫਿਰ ਉਹਦੀ ਪੇਸ਼ੀ ਪਈ ਆ। ਉਹ ਚਲਾਨਾਂ ਦੀਆਂ ਕਾਪੀਆਂ ਇਕੱਠੀਆਂ ਕਰਕੇ ਰਿਪੋਰਟ ਬਣੀ ਆ। ਮਹਿੰਦਰਪਾਲ ਬਿੱਟੂ ਦੇ ਭਰਾ ਵਰਗਿਆਂ ਦੇ ਬਿਆਨ ਨਹੀਂ ਹੋਏ ਆ ਹਜੇ ਤੱਕ। ਸਰਸੇ ਵਾਲੇ ਦੇ ਕੋਈ ਪ੍ਰੋਡਕਸ਼ਨ ਵਾਰੰਟ ਤੇ ਗੱਲਬਾਤ ਨਹੀਂ ਹੋਈ ਆ। ਉਹ ਤੋਂ ਪੁੱਛ ਗਿਆ ਸੀ ਉਸ ਤਰੀਕੇ ਦੀ ਨਹੀਂ ਹੋ ਸਕੀ ਆ। ਜਿਹੜੇ ਹਜੇ ਨੇ ਪੰਜਾਬ ਦੇ ਵਿੱਚ ਹੋਰ ਵੀ ਜਿਵੇਂ ਮੋੜ ਬੰਬ ਕਾਂਡ ਵਰਗੇ ਕਾਂਡ ਕੀਤੇ ਆ, ਉਹਨਾਂ ਦੇ ਵੀ ਉਹ ਤੇ ਗੱਲਬਾਤ ਹੋਣੀ ਆ। ਕੱਲਾ ਬੇਅਦਬੀ ਨਹੀਂ ਉਹਨੇ ਕੀਤੀ, ਪੰਜਾਬ ਦਾ ਮਾਹੌਲ ਵੀ ਉਹਨੇ ਖਰਾਬ ਕੀਤਾ। ਉਹਨਾਂ ਸਿੱਖ ਆਗੂਆਂ ਦੀ ਵੀ ਕਿਤੇ ਨਾ ਕਿਤੇ ਇਹ ਅਣਗਹਿਲੀ ਹੋਈ ਹੈ, ਬਹੁਤ ਵੱਡੀ ਅਣਗਹਿਲੀ ਹੋਈ ਹੈ। ਸਰਕਾਰ ਦੇ ਇੱਕ ਟਰੈਪ ਫਸ ਗਏ ਕਿਉਂਕਿ ਦੇਖੋ ਇੱਕ ਪਾਸੇ ਤੁਸੀਂ ਮੋਰਚਾ ਲਾਇਆ ਹੋਇਆ, ਇੱਕ ਪਾਸੇ ਭਾਈ ਅਜਨਾਲਾ ਸਾਹਿਬ ਹੈ, ਉਹ ਵੀ ਸਤਿਕਾਰਤ ਨੇ, ਤੁਸੀਂ ਵੀ ਸਤਿਕਾਰ ਤੋਂ। ਕਿਤੇ ਨਾ ਕਿਤੇ ਤੁਹਾਡੇ ਵੱਲੋਂ ਉਹਨਾਂ ਵੱਲੋਂ ਤੁਹਾਡੇ ਖਿਲਾਫ ਕੁਛ ਨਾ ਕੁਛ ਬਿਆਨਬਾਜ਼ੀ ਹੋਈ ਕਿ ਸਰਕਾਰ ਦੀ ਕੁਛ ਐਸੀ ਪਲੈਨਿੰਗ ਵੀ ਹੈ ਵੀ ਉਹਨਾਂ ਨੂੰ ਰਿਪੋਰਟ ਦੇ ਕੇ ਇਹਨਾਂ ਨੂੰ ਆਪਸ ਸੁਲਝਾ ਦਿਓ। ਹੋ ਸਕਦਾ ਬਾਈ, ਮੈਂ ਕਹਿੰਦਾ ਮੇਰਾ ਅਜਨਾਲਾ ਸਾਹਿਬ ਨਾਲ ਮੇਰਾ ਨਿੱਜੀ ਕੁਛ ਵੀ ਨਹੀਂ ਹੈ ਬਾਈ, ਮੇਰੇ ਬਹੁਤ ਸਤਿਕਾਰਯੋਗ ਆ। ਮੈਂ ਕਿਉਂ ਕਹੂੰਗਾ ਮੈਂ ਅਜਨਾਲਾ ਸਾਹਿਬ ਨੂੰ ਮਾੜਾ ਕਿਉਂ ਕਹੂੰਗਾ, ਕਿਹੜੀ ਗੱਲ ਤੋਂ? ਪਰ ਜਿਹੜੀ ਸਾਡੀ ਮੁੱਦਿਆਂ ਦੀ ਲੜਾਈ ਆ, ਜਦਰ ਧਿਆਨ ਸਿੰਘ ਮੰਡ ਮੇਰਾ ਕੀ ਹੈ ਨਿੱਜੀ ਉਹਨਾਂ ਨਾਲ? ਉਹਨਾਂ ਨੇ ਮੋਰਚਾ ਲਾ ਕੇ ਕੌਮ ਨੂੰ ਗੁੰਮਰਾਹ ਕੀਤਾ, ਭਾਵਨਾਵਾਂ ਨੂੰ ਲੋਕਾਂ ਦੀਆਂ ਨੂੰ ਅਸਲ ਤਰੀਕੇ ਦੇ ਨਾਲ ਕਨਵੇ ਨਹੀਂ ਕੀਤਾ, ਜਾਂ ਲੋਕਾਂ ਦੀ ਕੀ ਉੱਥੇ ਮਨਸ਼ਾ ਸੀ ਉਹਨੂੰ ਨਹੀਂ ਜਾਣਿਆ, ਤਾਂ ਲੋਕ ਦੋਸ਼ੀ ਮੰਨਦੇ ਆ। ਨਹੀਂ ਮੰਡ ਨੇ ਕਿਹੜਾ ਬਈ ਬੇਅਦਬੀ ਕਰਾਈ ਆ, ਜਾਂ ਮੰਡ ਨੇ ਕਿਹੜਾ ਸਰਸੇਲ ਦਾ ਪੱਖ ਪੂਰਤਾ? ਇਹ ਗੱਲਾਂ ਵਿਚਾਰਨ ਵਾਲੀਆਂ ਬਾਈ ਕੌੜੀਆਂ ਜ਼ਰੂਰ ਲੱਗਦੀਆਂ। ਜਿਹੜੇ ਆਪਾਂ ਭਗਤੀ ਰੱਖਦੇ ਆ, ਜਿਹੜੇ ਮੇਰੇ ਨਾਲ ਬੰਦੇ ਜੁੜੇ ਆ, ਉਹ ਸੋਚਦੇ ਆ ਵੀ ਸੁਖਰਾਜ ਸਹੀ ਆ, ਤੁਹਾਡੇ ਨਾਲ ਜੁੜੇ ਹੋ ਕਹਿਣਗੇ ਜਸਵੀਰ ਸਹੀ ਆ, ਜਿਹੜੇ ਭਾਈ ਸਾਹਿਬ ਨਾਲ ਜੁੜੇ ਹੋ ਕਹਿਣਗੇ ਭਾਈ ਸਾਹਿਬ ਸਹੀ ਆ। ਯਾਰ ਗੱਲ ਇਹ ਨਹੀਂ ਆ, ਸਹੀ ਆਪਾਂ ਸਾਰੇ ਆ, ਪਰ ਯਾਰ ਕਦੋਂ ਤੁਸੀਂ ਸਰਕਾਰ ਦੇ ਲਪੇਟੇ 'ਚ ਆ ਕੇ ਗਲਤ ਗੱਲਾਂ ਕਰ ਜਾਂਦੇ ਹੋ, ਤੁਹਾਨੂੰ ਇਹ ਨਹੀਂ ਪਤਾ ਲੱਗਦਾ।
ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਸਿੱਖ ਜਥੇਬੰਦੀਆਂ ਨੂੰ ਬਰਗਾੜੀ ਬੇਅਦਬੀ ਮਾਮਲਿਆਂ ਦੀ ਰਿਪੋਰਟ ਸੌਂਪਣ ਦਾ ਦਾਅਵਾ ਕੀਤਾ ਹੈ। ਇੱਕ ਪਾਸੇ ਕੁਝ ਸਿੱਖ ਜਥੇਬੰਦੀਆਂ ਜਿਹੜੀਆਂ ਕਿ ਬੀਤੇ ਕੁਝ ਸਾਲਾਂ ਤੋਂ ਬੇਅਦਬੀ ਮਾਮਲਿਆਂ ਨੂੰ ਲੈ ਕੇ ਜ਼ਮੀਨੀ ਪੱਧਰ ਦੇ ਉੱਤੇ ਚੱਲ ਰਹੇ ਸੰਘਰਸ਼ਾਂ ਦੇ ਵਿੱਚ ਗੈਰ ਹਾਜ਼ਰ ਰਹੀਆਂ ਨੇ। ਦੂਜੇ ਪਾਸੇ ਸ਼ਹੀਦਾਂ ਦਾ ਪਰਿਵਾਰ ਬਾਈਬਲ ਕਲਾਂ ਗੋਲੀकांड ਦੇ ਵਿੱਚ ਮਾਰੇ ਗਏ ਸ਼ਹੀਦ ਕੀਤੇ ਗਏ ਸਿੱਖਾਂ ਦਾ ਪਰਿਵਾਰ ਜਿਹੜਾ ਹੈਗਾ ਉਹ ਬਾਈਬਲ ਕਲਾਂ ਦੇ ਵਿੱਚ ਮੋਰਚਾ ਲਾ ਕੇ ਬੈਠਾ ਹੋਇਆ। ਉਹ ਇਸ ਮਾਮਲੇ ਬਾਰੇ ਕੀ ਸੋਚਦੇ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਸੁਖਰਾਜ ਸਿੰਘ ਮੌਜੂਦ ਨੇ ਜਿਹੜੇ ਕਿ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਸੁਪੁੱਤਰ ਨੇ। ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਗਵੰਤ ਮਾਨ ਵੱਲੋਂ ਪੇਸ਼ ਕੀਤੀ ਗਈ ਜਿਹੜੀ ਬੇਅਦਬੀ ਬਰਗਾੜੀ ਮਾਮਲੇ ਦੀ ਰਿਪੋਰਟ ਹੈ, ਚਰਚਾ ਬੜੀ ਹੋ ਰਹੀ ਹੈ। ਸਿੱਖ ਜਥੇਬੰਦੀਆਂ ਭਾਈ ਅਮਰੀਕ ਸਿੰਘ ਜੀ ਅਜਨਾਲਾ, ਭਾਈ ਰੇਸ਼ਮ ਸਿੰਘ ਖੁਖਰਾਣਾ ਔਰ ਹੋਰ ਜਿਹੜੇ 5 ਸੱਜਣ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਦੇ ਆ। ਰਿਪੋਰਟ ਮਿਲ ਗਈ ਹੈ ਬੇਅਦਬੀ ਦੀ। ਉਸ ਤੋਂ ਬਾਅਦ ਹੀ ਅਕਾਲੀ ਦਲ ਬਾਦਲ ਵੱਲੋਂ ਆਪਣੇ ਆਪ ਨੂੰ ਜਿਹੜਾ ਹੈਗਾ ਉਹ ਨਿਰਦੋਸ਼ ਸਾਬਤ ਕਰਨ ਦੇ ਦਾਅਵੇ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈਗੀ। ਤੁਸੀਂ ਇਸ ਪੂਰੇ ਘਟਨਾਕ੍ਰਮ ਬਾਰੇ ਕੀ ਸੋਚਦੇ? ਦੇਖੋ, ਜੇ ਆਪਾਂ ਪਹਿਲੀ ਗੱਲ ਕਰੀਏ ਵੀ ਰਿਪੋਰਟ ਦੀ, ਤੁਸੀਂ ਜਿਹੜੀ ਗੱਲ ਕੀਤੀ ਆ ਵੀ ਉਹਨਾਂ ਨੂੰ ਸੌਂਪੀ ਜਾਂਦੀ ਆ, ਸੋ ਇਹਨੂੰ ਤਾਂ ਇੱਕ ਮਹਿਜ਼ ਮੈਂ ਡਰਾਮਾ ਸਮਝਾਂਗਾ ਵੀ ਜਿਹੜੇ ਬੰਦਿਆਂ ਨੂੰ ਰਿਪੋਰਟ ਸੌਂਪੀ ਜਾਂਦੀ ਆ। ਪਹਿਲੀ ਗੱਲ, ਉਹ ਰਿਪੋਰਟ ਉਹਨਾਂ ਚਲਾਨਾਂ ਦੀ ਜਿਹੜੇ ਤਮਾਮ ਚਲਾਨ ਆ ਉਹਨਾਂ ਦੀ ਕਾਪੀ ਆ, ਜਿਹੜੇ ਮਾਨਯੋਗ ਕੋਰਟ ਵਿੱਚ ਅੱਜ ਤੋਂ ਮਹੀਨਾ ਸਵਾ ਮਹੀਨਾ ਪਹਿਲਾਂ ਹੀ ਜਿਹੜੇ ਸਬਮਿਟ ਕਰਵਾ ਦਿੱਤੇ ਗਿਆ। ਜਦੋਂ ਸਰਸੇ ਵਾਲੇ ਨੂੰ ਨਾਮਜ਼ਦ ਕਰ ਲਿਆ ਜਾਂਦਾ, ਜਦੋਂ ਉਹਦੀਆਂ ਫਰੀਦਕੋਟ ਦੇ ਵਿੱਚ ਆਨਲਾਈਨ ਪੇਸ਼ੀਆਂ ਪੈਂਦੀਆਂ, ਉਹ ਸਮੇਂ ਦੀ ਰਿਪੋਰਟ ਆ। ਉਸ ਸਮੇਂ ਦੀ ਇਹ ਮਤਲਬ ਬਣੀ ਹੋਈ ਰਿਪੋਰਟ ਆ, ਜਿਹੜੀ ਆਪਣੇ ਕੋਲੇ ਜਦੋਂ ਪਿਛਲੇ ਮਹੀਨੇ ਦੀ 10 ਤਰੀਕ ਨੂੰ ਵੀ ਵਕੀਲ ਆ ਕੇ ਜਾਂਦੇ ਆ ਤੇ ਉਹ ਦੱਸ ਕੇ ਜਾਂਦੇ ਆ। ਸੋ ਇਹਦੇ 'ਚ ਕੋਈ ਵੱਡੀ ਗੱਲ ਨਹੀਂ ਸੀ, ਪਰ ਉਹਨੂੰ ਇੱਕ ਹਊਆ ਇਸ ਤਰੀਕੇ ਦਾ ਬਣਾ ਕੇ ਪੇਸ਼ ਕਰ ਦਿੱਤਾ ਗਿਆ। ਅਧੂਰੀ ਰਿਪੋਰਟ ਆ, ਮੈਂ ਕਹੂੰਗਾ ਇਹ ਅਧੂਰੀ ਹੈ, ਕਿਉਂਕਿ ਰਿਪੋਰਟ ਦੇ ਵਿੱਚ ਵੀ ਲਿਖਿਆ, ਉਸ ਚਲਾਨਾਂ ਦੀ ਕਾਪੀ ਦੇ ਵਿੱਚ ਵੀ ਪਿੱਛੇ ਲਿਖਿਆ ਕਿ ਹਜੇ ਜਾਂਚ ਜਿਹੜੀ ਚੱਲ ਰਹੀ ਹੈ। ਅਧੂਰੀ ਰਿਪੋਰਟ ਨੂੰ ਸਿੱਖ ਸੰਗਤਾਂ ਦੇ ਵਿੱਚ ਇਸ ਤਰ੍ਹਾਂ ਦਾ ਹਊਆ ਬਣਾ ਕੇ ਪੇਸ਼ ਕਰਨਾ, ਮੈਂ ਸਮਝਦਾ ਕਿਤੇ ਨਾ ਕਿਤੇ ਸਰਕਾਰ ਦੀ ਇਹ ਕੁਝ ਹੀ ਉਹ ਸਾਜ਼ਿਸ਼ ਆ ਸਿੱਖਾਂ ਨੂੰ ਪਾੜਨ ਦੀ। ਜਿਹੜੇ ਮੁੱਦੇ ਤੇ ਅਸਲ ਮੁੱਦੇ ਤੇ ਗੱਲ ਕਰਨੀ ਚਾਹੁੰਦੇ ਆ ਉਹਨਾਂ ਨੂੰ ਪਾੜਨ ਦੀ, ਕਿ ਜਿਹੜੇ ਘਰਾਂ 'ਚ ਬੈਠੇ ਇੱਕ ਦਰਦ ਰੱਖਦੇ ਆ ਵੀ ਸਾਨੂੰ ਬੇਅਦਬੀ ਦਾ ਦਰਦ ਆ ਤੇ ਅਸਲ ਦੋਸ਼ੀ ਦਾ ਸਰਸੇ ਵਾਲਾ ਉਹ ਫੜਿਆ ਜਾਵੇ। ਉਹ ਇਹਨਾਂ ਨੇ ਨਾਮਜ਼ਦ ਕਰਕੇ ਇੱਕ ਪ੍ਰਚਲਿਤ ਕਰਤਾ ਵੀ ਹਾਂ ਉਹ ਹੋ ਗਿਆ। ਪਰ ਉੱਥੇ ਗੱਲ ਨਹੀਂ ਰੁਕਦੀ ਬਾਈ। ਜਿਹੜੇ 3 ਭਗੌੜਾ ਕਰਾਰ ਦਿੱਤੇ ਹੋਏ ਆ, ਜਿਹੜੇ ਮਹਿੰਦਰਪਾਲ ਬਿੱਟੂ ਦੇ ਭਰਾ ਵਰਗਿਆਂ ਦੇ ਬਿਆਨ ਨਹੀਂ ਹੋਏ ਆ, ਹਜੇ ਤੱਕ ਸਰਸੇ ਵਾਲੇ ਦੇ ਕੋਈ ਪ੍ਰੋਡਕਸ਼ਨ ਵਾਰੰਟ ਤੇ ਗੱਲਬਾਤ ਨਹੀਂ ਹੋਈ ਆ, ਉਹ ਤੋਂ ਪੁੱਛ ਗਿੱਛ ਉਸ ਤਰੀਕੇ ਦੀ ਨਹੀਂ ਹੋ ਸਕੀ ਆ। ਜਿਹੜੇ ਹਜੇ ਨੇ ਪੰਜਾਬ ਦੇ ਵਿੱਚ ਹੋਰ ਵੀ ਜਿਵੇਂ ਮੌੜ ਬੰਬ ਕਾਂਡ ਵਰਗੇ ਕਾਂਡ ਕੀਤੇ ਆ, ਉਹਨਾਂ ਦੇ ਵੀ ਉਹ 'ਤੇ ਗੱਲਬਾਤ ਹੋਣੀ ਆ। ਕੱਲਾ ਬੇਅਦਬੀ ਨਹੀਂ ਉਹਨੇ ਕੀਤੀ, ਪੰਜਾਬ ਦਾ ਮਾਹੌਲ ਵੀ ਉਹਨੇ ਖਰਾਬ ਕੀਤਾ। ਦੂਸਰੇ ਪਾਸੇ 3 ਜਿਹੜੇ ਭਗੌੜਾ ਕਰਾਰ ਦਿੱਤੇ ਆ, ਬਰੇਟੇ ਬਰੂਟੇ ਵਰਗੇ ਜਿਹੜੇ ਹੋਰ ਆ, ਉਹ 'ਚ ਧੂਰੀ ਧਾਰੀ ਵਰਗੇ, ਉਹ ਕਈ 2-3 ਨਾਮ ਆ, ਮੇਰੇ ਐਗਜ਼ੈਕਟ ਨਾਮ ਨਹੀਂ ਯਾਦ ਆ, ਮੇਰੇ ਕੋਲ ਲਿਖੇ ਹੋਏ ਆ। ਤਾਂ ਜਿਹੜੇ ਉਹ 3 ਬੰਦੇ ਭਗੌੜਾ ਕਰਾਰ ਆ ਜੀ, ਉਹਨਾਂ ਨੇ ਵੀ ਦੱਸਣਾ ਵੀ ਹੋਰ ਕਿਹੜੇ ਬੰਦਿਆਂ ਦੀ ਭੂਮਿਕਾ ਰਹੀ ਹੈ। ਤਾਂ ਜਿਹੜੀ ਰਿਪੋਰਟ ਜਿਹੜੀ ਹੈਗੀ ਹੈ ਫਿਰ ਸਿੱਖ ਜਥੇਬੰਦੀਆਂ ਨੂੰ ਸੌਂਪਣ ਦੇ ਕੀ ਮਾਇਨੇ ਹੈਗੇ? ਕਿਉਂਕਿ ਇੱਕ ਪਾਸੇ ਭਗਵੰਤ ਮਾਨ ਜਿਹੜੇ ਹੈਗੇ ਆ ਬੇਅਦਬੀ ਮਾਮਲਿਆਂ ਦੀ ਰਿਪੋਰਟ ਭਾਈ ਅਜਨਾਲਾ ਸਾਹਿਬ ਤੇ ਹੋਰ ਸਿੱਖਾਂ ਨੂੰ ਸੌਂਪ ਕੇ, ਆਗੂਆਂ ਨੂੰ ਸੌਂਪ ਕੇ ਪੋਸਟ ਕਰ ਰਹੇ ਆ। ਭਾਈ ਅਜਨਾਲਾ ਸਾਹਿਬ ਵੀ ਪੋਸਟ ਕਰ ਰਹੇ ਵੀ ਬਰਗਾੜੀ ਮਾਮਲਿਆਂ ਦੀ ਜਿਹੜੀ ਰਿਪੋਰਟ ਹੈਗੀ ਮਿਲ ਗਈ ਆ। ਤਾਂ ਕੱਲ ਮੀਡੀਆ ਦੇ ਸਾਹਮਣੇ ਤੁਹਾਡੀ ਗੱਲ 'ਚੋਂ ਗੱਲ ਆ, ਪਹਿਲਾਂ ਮੈਨੂੰ ਦੱਸੋ ਵੀ ਬਰਗਾੜੀ ਦੀ ਕਿ ਬੁਰਜ ਦੀ? ਕਿ ਉਹ ਜਿਹੜੀ ਬਰਗਾੜੀ ਲਿਖਿਆ ਗਿਆ ਉਹਨਾਂ ਦੀ ਪੋਸਟ ਦੇ ਉੱਤੇ, ਜਿਹੜੀ ਉਹ ਗੱਲ ਕਰਦੇ ਆ ਪ੍ਰੈਸ ਕਾਨਫਰੰਸ 'ਚ 3 ਗੱਲਾਂ ਕਰਦੇ ਆ। ਉਹ ਕਹਿੰਦੇ ਵੀ ਪਟਿਆਲੇ ਦੇ ਨਾਲ ਕਲਿਆਣ ਪਿੰਡ ਆ, ਉੱਥੋਂ ਦੀ ਰਿਪੋਰਟ, ਉੱਥੋਂ ਗੁਰੂ ਸਾਹਿਬ ਦੇ ਸਰੂਪ, ਛੋਟੇ ਸਰੂਪ ਸੀ ਜਿਹੜੇ, ਉਹ ਚੋਰੀ ਹੋ ਜਾਂਦੇ ਆ। ਉਹਨਾਂ ਦੀ ਰਿਪੋਰਟ ਅਸੀਂ ਪੁੱਛਣ ਗਏ ਸੀ, ਉਹਨਾਂ ਦੇ ਬਾਰੇ ਗੱਲ ਕਰਨ ਗਏ ਸੀ, ਉਹਦੇ ਕਰਕੇ ਅਸੀਂ ਧਰਨਾ ਲਾਉਣਾ ਸੀ। ਤੁਸੀਂ ਫਿਰ ਕਿਹਾ ਬਰਗਾੜੀ ਦੀ ਗੱਲ ਕਰਦੇ ਆ। ਉਹ ਕਹਿੰਦੇ ਵੀ ਅਸੀਂ ਤਾਂ ਬੁਰਜ ਜਵਾਹਰ ਸਿੰਘ ਵਾਲੇ ਦੀ ਰਿਪੋਰਟ ਦੀ ਗੱਲ ਕਰਕੇ ਆਏ, ਜਾਂ ਸਾਨੂੰ ਇਹ ਇਕੱਲੀ ਬੁਰਜ ਜਵਾਹਰ ਸਿੰਘ ਵਾਲੇ ਦੀ ਰਿਪੋਰਟ ਮਿਲੀ ਆ। ਜੇ ਬੁਰਜ ਜਵਾਹਰ ਸਿੰਘ ਵਾਲੇ ਦੀ ਆਪਾਂ ਗੱਲ ਕਰੀਏ ਤਾਂ ਬੁਰਜ ਜਵਾਹਰ ਸਿੰਘ ਵਾਲੇ ਬੇਅਦਬੀ ਨਹੀਂ, ਉੱਥੋਂ ਸਰੂਪ ਪੂਰੇ ਚੋਰੀ ਹੋਏ ਆ। ਉਹਦੇ ਬਾਰੇ ਇਸ ਰਿਪੋਰਟ ਦੇ ਵਿੱਚ ਕੁਝ ਵੀ ਨਹੀਂ ਲਿਖਿਆ ਵੀ ਉਹ ਬਰਾਮਦ ਕਿੱਥੇ ਆ, ਉਹ ਰਹਿੰਦੇ ਸਰੂਪ ਕਿੱਥੇ ਆ, ਉਹ ਵੀ ਨਹੀਂ ਪਤਾ। ਫਿਰ ਉਹ 328 ਸਰੂਪਾਂ ਦੀ ਗੱਲ ਕਰਦੇ ਆ। 328 ਸਰੂਪਾਂ ਵਾਲਾ ਮਸਲਾ ਅੱਜ ਦਾ ਨਹੀਂ, ਪਿਛਲੇ 2 ਸਾਲਾਂ ਤੋਂ ਤਕਰੀਬਨ ਮੈਂ ਕਹਾਂਗਾ 2-2.25 ਸਾਲ ਤੋਂ ਚੱਲ ਰਿਹਾ। ਤਾਂ 1.5 ਸਾਲ ਦੇ ਲਗਭਗ ਭਾਈ ਵਡਾਲਾ ਜੀ ਉੱਥੇ ਮੋਰਚਾ ਲਾ ਕੇ ਬੈਠੇ ਆ, ਤਾਂ ਇਹ ਜਥੇਬੰਦੀਆਂ ਉੱਥੇ ਵੀ ਨਹੀਂ ਸ਼ਮੂਲੀਅਤ ਕਰਦੀਆਂ। ਦੂਸਰੇ ਪਾਸੇ ਦਰਬਾਰ ਸਾਹਿਬ ਦੇ ਤੇਜਾ ਸਿੰਘ ਸਮੁੰਦਰੀ ਵਾਲਾ ਸ਼ਾਇਦ ਸਤਿਕਾਰ ਕਮੇਟੀ ਵਾਲੇ, ਉਹਨਾਂ ਦੇ ਦਫ਼ਤਰ ਦੇ, ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਬਾਹਰ ਮੋਰਚਾ ਚਲਾਇਆ ਗਿਆ ਸੀ, ਉੱਥੇ ਵੀ ਨੇ ਅਜਨਾਲਾ ਸਾਹਿਬ ਸ਼ਮੂਲੀਅਤ ਕਰਦੇ। ਹਾਲਾਂਕਿ ਸੁਖਜੀਤ ਸਿੰਘ ਖੋਸੇ ਇੱਥੇ ਮੇਰੇ ਕੋਲ ਆ ਕੇ ਦੱਸਿਆ ਸੀ ਉਹਨਾਂ ਨੇ ਕਿ ਉਹਨਾਂ ਨੇ ਸਪੈਸ਼ਲ ਫੋਨ ਕੀਤਾ ਸੀ ਕਿ ਭਾਈ ਸਾਹਿਬ ਆਪਣੇ ਨਿੱਜੀ ਮਤਭੇਦ ਛੱਡ ਗਏ, ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਉੱਥੇ ਇਕੱਠੇ ਹੋਈਏ, ਤਾਂ ਉੱਥੇ ਵੀ ਨਹੀਂ ਜਾਣਾ। ਫਿਰ 328 ਸਰੂਪਾਂ ਦਾ ਵੀ ਗੱਲ ਮੰਗਣੀ,
ਬੁਰਜ ਜਵਾਹਰ ਸਿੰਘ ਵਾਲੇ ਤੱਕ ਤੁਸੀਂ ਕਦੇ ਕੁਝ ਕਰਨਾ ਨਾ, ਬੇਅਦਬੀ ਤੇ ਬਗਰਾੜੀ ਤੇ ਤੁਸੀਂ ਕੁਝ ਕਰਨਾ ਨਾ, ਤੇ ਉਹਦੀ ਰਿਪੋਰਟ ਵੀ ਤੁਸੀਂ ਸਰਕਾਰ ਕੋਲੋਂ ਮੰਗਣੀ। ਤੇ ਸਰਕਾਰ ਉਹ ਜਿਹੜੀ 3 ਮਹੀਨੇ ਹੋਏ ਆ ਹਜੇ ਬਣੀ ਨੂੰ, 328 ਸਰੂਪਾਂ ਦਾ ਮਸਲਾ ਪਿਛਲੇ 2 ਸਾਲਾਂ ਤੋਂ ਚੱਲ ਰਿਹਾ, ਉਹਨਾਂ ਤੋਂ ਰਿਪੋਰਟ ਮੰਗਣੀ। ਉਹ ਜਿਹੜੀ ਚੀਜ਼ ਦਾ ਸਰਕਾਰ ਨੇ ਵਾਅਦਾ ਕੀਤਾ ਵੀ 3 ਮਹੀਨਿਆਂ ਦੇ ਅੰਦਰ ਅਸੀਂ ਸਾਰੀ ਰਿਪੋਰਟ ਦਾ ਜਿਹੜਾ ਨਤੀਜਾ ਕੱਢ ਕੇ ਦੇ ਦਾਂਗੇ, ਇਸ ਮੋਰਚੇ ਦੇ ਵਿੱਚ ਸੰਗਤਾਂ ਨੂੰ ਵਾਅਦਾ ਕਰਕੇ ਗਏ ਆ, ਉੱਥੇ ਆ ਕੇ ਅਸੀਂ ਇੱਕ ਦਿਨ ਵੀ ਨਹੀਂ ਬੈਠੇ, ਗੱਲ ਵੀ ਨਹੀਂ ਕੀਤੀ। ਤੇ ਸਰਕਾਰ ਦਾ ਸਮਾਂ ਪੂਰਾ ਹੋਣ ਤੋਂ ਐਨ ਹਫ਼ਤਾ ਪਹਿਲਾਂ ਤੁਸੀਂ ਆਪਣਾ ਮਤਲਬ ਇੱਕ ਲੋਕਾਂ ਨੂੰ ਦੁਬਿਧਾ ਦੇ ਪਾਉਣ ਦੇ ਵਿੱਚ ਲਈ ਸਰਕਾਰ ਦੇ ਪਲਾਂਟ ਕੀਤੇ ਹੋਏ ਬੰਦੇ ਜਿਹੜੇ ਨਾਲ ਆ ਉਹਨਾਂ ਦੇ, ਉਹ ਜਾਂਦੇ ਆ ਨਾਲ ਲੈ ਕੇ ਜਾਂਦੇ ਆ, ਤਾਂ ਇੱਕ ਮੀਡੀਆ ਦੇ ਵਿੱਚ ਪ੍ਰਚਲਿਤ ਕੀਤਾ ਜਾਂਦਾ ਕਿ ਬੇਅਦਬੀ ਦੇ ਦੋਸ਼ੀਆਂ ਦੀ ਰਿਪੋਰਟ ਮਿਲ ਗਈ ਆ ਜਾਂ ਰਿਪੋਰਟ ਫਾਈਲ ਹੋ ਗਈ ਆ। ਸਰਕਾਰ ਦੇ ਤੁਸੀਂ ਪਲਾਂਟ ਕੀਤੇ ਬੰਦੇ ਗਿਆ ਭਾਈ ਅਜਨਾਲਾ ਸਾਹਿਬ ਲਗਾਤਾਰ, ਬੇਸ਼ੱਕ ਇਹਨਾਂ ਮੋਰਚਿਆਂ ਦੇ ਵਿੱਚੋਂ ਨਾ ਆਏ ਹੋਣਗੇ, ਪਰ ਲਗਾਤਾਰ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਲਈ ਵੱਖ-ਵੱਖ ਥਾਵਾਂ ਤੇ ਵਿਚਰਦੇ ਰਹਿੰਦੇ ਨੇ, ਗੋਲੀਆਂ ਤੱਕ ਉਹਨਾਂ ਦੇ ਵੱਜੀਆਂ ਹੈਗੀਆਂ ਨੇ। ਕਿਹੜੇ ਬੰਦੇ ਸਰਕਾਰ ਦੇ ਪਲਾਂਟ ਕੀਤੇ ਇਹਨਾਂ ਦੇ ਮੈਂ ਇਹ ਵਿੱਚ? 'ਚ ਸਪੈਸ਼ਲੀ ਕਹਿਣਾ ਚਾਹੁੰਦਾ ਕਿ ਰੇਸ਼ਮ ਸਿੰਘ ਖਖਰਾਣਾ ਦਾ ਲੜਕਾ ਜਿਹੜਾ ਅਮਨ ਅਰੋੜਾ ਜਿਹੜੀ MLA ਮੋਗੇ ਤੋਂ ਆਪ ਦੇ ਆ, ਉਹਨਾਂ ਦਾ ਜਰਨਲ ਸੈਕਟਰੀ ਹੈ ਆਮ ਆਦਮੀ ਪਾਰਟੀ ਦਾ। ਆਮ ਆਦਮੀ ਪਾਰਟੀ ਦਾ ਪ੍ਰਚਾਰ ਰੇਸ਼ਮ ਸਿੰਘ ਉਹਨਾਂ ਨੇ ਖੂਬ ਕੀਤਾ, MLA ਦੇ ਨਾਲ ਫੋਟੋ ਅਖਬਾਰਾਂ ਪਿਛਲੀਆਂ ਤੁਸੀਂ ਕੱਢ ਕੇ ਦੇਖੋ ਪਈਆਂ ਵੀ ਆ। ਤਾਂ ਫਿਰ ਮੁੱਖ ਮੰਤਰੀ ਇੱਕ ਪਾਸੇ ਤਾਂ ਇੱਥੇ ਸਰਕਾਰ ਆ ਕੇ ਤੁਹਾਨੂੰ ਮਹੀਨੇ ਬਾਅਦ ਦੱਸ ਰਹੀ ਹੈ, ਮੁੱਖ ਮੰਤਰੀ ਦੇ ਅੰਡਰ ਕੰਮ ਕਰ ਰਹੀ ਟੀਮ ਇੱਥੇ ਆ ਕੇ ਦੱਸ ਰਹੀ ਹੈ ਵੀ ਅਸੀਂ ਆਹ ਫੋਲੋ ਅਪ ਕਰ ਰਹੇ ਹਾਂ ਜਾਂ ਕੁਝ ਹੋ ਰਿਹਾ, ਤੇ ਐਡੀ ਕੀ ਨੌਬਤ ਆ ਗਈ ਸੀ ਤੁਹਾਨੂੰ? ਉਹਨਾਂ ਬੰਦਿਆਂ ਨੂੰ ਨਾਲ ਲੈ ਕੇ ਜਾ ਕੇ ਉੱਥੇ ਤੁਸੀਂ ਗੱਲ ਕਰਦੇ ਹੋ, ਮੁੱਖ ਮੰਤਰੀ ਨੂੰ ਮਿਲਦੇ ਹੋ, ਰਿਪੋਰਟ ਲੈਂਦੇ ਹੋ, ਲੈਣ ਤੋਂ ਬਾਅਦ ਪੁੱਛਿਆ ਜਾਂਦਾ ਉਹਨਾਂ ਨੂੰ। ਰੇਸ਼ਮ ਸਿੰਘ ਖਖਰਾਣਾ ਨੂੰ ਇੱਕ ਕਾਲ ਤੇ ਜਦੋਂ ਸਵਾਲ ਜਵਾਬ ਕਰਦੇ ਆ ਮੀਡੀਆ ਵਾਲੇ ਵੀਰ, ਉਹ ਆਡੀਓ ਵੀ ਚੱਲ ਰਹੀ ਹੈ ਉਹਨਾਂ ਦੀ, ਮੀਡੀਆ ਤੇ ਪ੍ਰੈਸ ਜਿਹੜੇ ਕਾਨਫਰੰਸ ਵੀ ਚੱਲ ਰਹੀਆਂ, ਜਿਸ 'ਚੋਂ ਕਹਿੰਦੇ ਆ ਵੀ 467 ਪੰਨਿਆਂ ਦੀ ਰਿਪੋਰਟ ਆ ਇਹਨੂੰ ਪੜਾਂਗੇ, ਵਿਚਾਰਾਂਗੇ ਕੀ ਸਹੀ ਆ ਕੀ ਗਲਤ ਆ, ਫਿਰ ਦੱਸਾਂਗੇ। ਯਾਰ ਜਦੋਂ ਤੁਸੀਂ ਉਹਨੂੰ ਪਿੱਛੇ ਤੋਂ ਫੋਲੋ ਅਪ ਹੀ ਨਹੀਂ ਕੀਤਾ, ਲੋਕਾਂ 'ਚ ਦੁਬਿਧਾ ਕਿਉਂ ਪਾ ਰਹੇ ਹੋ? ਇੱਕ ਦੱਸੋ ਕਿ ਇਹ ਜਿਹੜੀ ਰਿਪੋਰਟ ਤੁਸੀਂ ਕਿਹਾ ਵੀ 1 ਮਹੀਨਾ ਪੁਰਾਣੀ ਰਿਪੋਰਟ ਹੈ, ਇਹ ਜਿਹੜੀ ਹੈਗੀ ਹੈ ਇਹ ਚਲਾਣਾਂ ਦੀ ਕਾਪੀ ਹੈ, ਕਿ ਤੁਸੀਂ ਵੀ ਪਹਿਲਾਂ ਦੇਖੀ ਹੈ ਕਿ 1 ਮਹੀਨਾ ਪਹਿਲਾਂ ਤੁਹਾਡੇ ਕੋਲ ਕਿਸ ਗੱਲ ਦਾ ਕੀ ਸਬੂਤ ਹੈ? ਪਹਿਲੀ ਮਹੀਨੇ ਦਾ ਸਬੂਤ ਹੈ ਕਿ ਜਿਹੜੀਆਂ ਅਖਬਾਰਾਂ ਦੀਆਂ ਕਟਿੰਗ ਪਈਆਂ ਹੋਣਗੀਆਂ ਆਪਣੇ ਕੋਲੇ ਵੀ, ਜਾਂ ਨੈੱਟ ਤੇ ਵੀ ਤੁਸੀਂ ਕੱਢ ਕੇ ਦੇਖੋ ਵੀ ਸਰਸੇ ਵਾਲੇ ਨੂੰ ਕਿੱਦੇ ਨਾਮਜ਼ਦ ਕੀਤਾ, ਉਹ ਇਸ ਰਿਪੋਰਟ ਦੇ ਬਿਹੇਵ ਤੇ ਕੀਤਾ। ਇਹਨਾਂ ਚਲਾਨਾਂ ਦੇ ਮੇਰੇ ਖਿਆਲ ਚ ਅਪ੍ਰੈਲ ਦੇ ਆਖਰੀ ਮਹੀਨੇ ਦੇ ਵਿੱਚ ਆਨਲਾਈਨ ਪੇਸ਼ੀ ਅਪ੍ਰੈਲ ਹੁੰਦੀ ਰਹੀ, ਅਪ੍ਰੈਲ ਦੇ ਵਿੱਚ ਉਹਨਾਂ ਦੀ ਫਰੀਦਕੋਟ ਦੀ ਅਦਾਲਤ ਦੇ ਵਿੱਚ ਪਈ ਆ। ਉਦੋਂ ਪਹਿਲਾਂ ਚਲਾਨ ਉਦੋਂ ਪਹਿਲਾਂ ਦਿੱਤਾ ਜਾਂਦਾ, ਫਿਰ ਉਸ ਤੋਂ ਬਾਅਦ ਪੇਸ਼ੀ ਪੈਂਦੀ ਆ। ਉਹ ਚਲਾਨ ਦਿੱਤਾ ਗਿਆ, ਫਿਰ ਉਹਦੀ ਪੇਸ਼ੀ ਪਈ ਆ, ਉਹ ਚਲਾਨਾਂ ਦੀਆਂ ਕਾਪੀਆਂ ਇਕੱਠੀਆਂ ਕਰਕੇ ਰਿਪੋਰਟ ਬਣੀ ਆ। ਹੋਰ ਵੀ ਕਈ ਸਿੱਖ ਆਗੂਆਂ ਕੋਲੇ ਗਈ ਆ, ਭਾਈ ਬਲਜੀਤ ਸਿੰਘ ਦਾਦੂਵਾਲ ਉਹਨਾਂ ਕੋਲੇ ਵੀ ਗਈ ਆ। ਉਹਨੂੰ ਤੁਸੀਂ ਫੋਲੋ ਅਪ ਨਹੀਂ ਕੀਤਾ। ਜੇ ਤੁਸੀਂ ਨਿਤ ਤਰੀਕ ਤੇ ਜਾਂਦੇ ਹੋ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਤੁਹਾਡਾ ਵਕੀਲ ਖੜਦਾ ਹੋਵੇ, ਤੁਸੀਂ ਉੱਥੇ ਜਾ ਕੇ ਗੱਲ ਕਰਦੇ ਹੋ, ਤਾਂ ਤੁਹਾਨੂੰ ਰਿਪੋਰਟਾਂ ਲੈਣ ਦੀ ਲੋੜ ਨਹੀਂ, ਤੁਹਾਨੂੰ ਵੈਸੇ ਹੀ ਪਤਾ ਲੱਗ ਜੂ ਵੀ ਅੱਜ ਉੱਥੇ ਜੱਜ ਨੇ ਕਿਹੜੀ ਬਹਿਸ ਕੀਤੀ, ਵਕੀਲਾਂ ਨੇ ਕੀ ਬਹਿਸ ਕੀਤੀ, ਜੱਜ ਨੇ ਕੀ ਜਵਾਬ ਦਿੱਤਾ, ਕੀ ਉਹਦਾ ਆਰਡਰ ਨਿਕਲ ਕੇ ਆਉਣਾ। ਜਦੋਂ ਤੁਸੀਂ ਉੱਥੇ ਖੜੇ ਹੀ ਨਹੀਂ, ਤੁਸੀਂ ਤਾਂ ਇਹ ਕਹਿੰਦੇ ਆ ਵੀ ਲੈਫਟ ਦੇ ਨਾਲ ਸਿੱਧੀ ਉੱਪਰਲੀ ਮੰਜ਼ਿਲ ਤੇ ਚੜ੍ਹਦੇ ਅਸੀਂ, ਵਿਚਾਲੇ ਉੱਥੇ ਕੀ ਹੋਇਆ, ਕਿਹੜੀਆਂ ਮੰਜ਼ਿਲਾਂ ਦੇ ਸ਼ੀਸ਼ੇ ਟੁੱਟੇ ਆ ਜਾਂ ਕੀ ਹੋਇਆ, ਉਹ ਸਾਨੂੰ ਦਿਸਿਆ ਹੀ ਨਹੀਂ, ਜਾਂ ਉਹ ਖੜੀਆਂ ਕਿਵੇਂ ਆ ਉਹ ਸਾਨੂੰ ਦਿਸੇਗਾ ਨਹੀਂ। ਤੁਸੀਂ ਮੰਜ਼ਿਲ ਤੇ ਜਾਣ ਦੀ ਗੱਲ ਕਰਦੇ ਹੋ, ਤੁਸੀਂ ਕਿਵੇਂ ਕਰ ਲਓਗੇ? ਤੁਸੀਂ ਮੰਜ਼ਿਲ ਭਗਵੰਤ ਮਾਨ ਨੂੰ ਕਹਿ ਰਹੇ ਹੋ। ਭਗਵੰਤ ਮਾਨ ਕੋਲ 5 ਜਿਹੜੇ ਆਗੂ ਹੈਗੇ ਸਿੱਖ ਆਗੂ ਚਲੇ ਗਏ, ਉਹਨਾਂ ਨੇ 5 ਜੁਲਾਈ ਦਾ ਇੱਕ ਜਿਹੜਾ ਹੈਗਾ ਉਹ ਭਗਵੰਤ ਮਾਨ ਦੀ ਕੋਠੀ ਘੇਰਨ ਦਾ ਐਲਾਨ ਕੀਤਾ ਸੀਗਾ। ਉਹ ਕਹਿੰਦੇ ਆ ਵੀ ਕਹਿੰਦੇ ਅਸੀਂ ਤਾਂ ਉਸ ਵਾਸਤੇ ਗਏ ਸੀ ਉੱਥੇ, ਤਾਂ ਉਹਨਾਂ ਨੇ ਸਾਨੂੰ ਕਹਿੰਦੇ ਉੱਥੇ ਗੱਲਬਾਤ ਚੱਲ ਪਈ। ਕਾਹਦੇ ਲਈ ਕੀਤਾ ਸੀ? ਉਹ ਕਹਿੰਦੇ ਇੱਕ ਛੋਟਾ ਸਰੂਪ ਸੀਗਾ, ਸੂਖਮ ਸਰੂਪ 1 ਇੰਚੀ ਦਾ ਸ਼ਾਇਦ, ਉਹ ਪੁਰਾਣੇ ਸਮੇਂ ਦੇ ਵਿੱਚ ਕੈਪਟਨ ਦੇ ਰਾਜ ਦੇ ਵਿੱਚ ਕਹਿੰਦੇ ਉਹ ਚੋਰੀ ਹੋ ਗਿਆ ਸੀ, ਉਹਦੇ ਬਾਰੇ ਗਏ ਸੀ। ਉਹ ਉੱਥੇ ਕਹਿੰਦੇ ਗੱਲ ਚੱਲ ਪਈ ਵੀ ਬਰਗਾੜੀ ਵਾਲੀ ਗੱਲ ਚੱਲ ਪਈ ਵੀ ਉਹ ਵੀ ਦਿਓ ਜੀ, ਉਹਦਾ ਇਨਸਾਫ ਦੱਸੋ ਜੀ, ਤੁਸੀਂ ਕਿਹਾ ਸੀ 24 ਘੰਟੇ 'ਚ ਕਰਾਂਗੇ, ਤਾਂ ਕਹਿੰਦੇ ਉਹਨਾਂ ਨੇ ਸਾਨੂੰ ਕਿਹਾ ਲਓ ਜੀ ਇਹ ਤੇ ਰਿਪੋਰਟ ਬਣੀ ਪਈ ਆ, ਰਿਪੋਰਟ ਲੈ ਜਾਓ ਤੁਸੀਂ। ਮੱਝ ਦਾ ਸੌਦਾ ਕਰਨ ਗਏ, ਸਾਈ ਮੱਝ ਦੀ ਫੜਾ ਕੇ ਝੋਟਾ ਖੋਲ ਕੇ ਲਿਆਉਣੇ ਹੋ। ਗੱਲ ਗੁਰੂ ਗ੍ਰੰਥ ਸਾਹਿਬ ਦੇ ਛੋਟੇ ਸਰੂਪ ਦੀ ਕਰਨ ਗਏ ਹੋ, ਉਹ ਸਰੂਪ ਦਾ ਜ਼ਿਕਰ ਹੈ ਤੁਹਾਡੀ ਰਿਪੋਰਟ ਦੇ ਵਿੱਚ, ਤੁਸੀਂ ਬੁਰਜ ਜਵਾਹਰ ਸਿੰਘ ਦਾ ਚੱਕ ਕੇ ਲਈ ਆਉਂਦੇ ਹੋ। ਇਹਦਾ ਮਤਲਬ ਤੁਸੀਂ ਉਹਨੂੰ ਡਿਨਾਈ ਕਰੇ ਆਏ ਹੋ, ਉਹਨਾਂ ਦੇ ਨਾਲ ਸਮਝੌਤਾ ਕਰੇ ਆਏ ਹੋ ਵੀ ਉਹ ਬੇਅਦਬੀ ਦੀ ਗੱਲ ਨਾ ਕਰੋ, ਆ ਦੂਜੀ ਦੀ ਕਰ ਲਓ ਤੇ ਲੈ ਜਾਓ। ਬਾਈ ਜੀ ਲੋਕਾਂ ਨੂੰ ਦੁਬਿਧਾ ਦੇ ਵਿੱਚ ਪਾਇਆ ਗਿਆ। ਗੱਲ ਇਹ ਆ ਵੀ ਹਰ ਇੱਕ ਬੇਅਦਬੀ ਦਾ ਇਨਸਾਫ ਸਾਨੂੰ ਮਿਲਣਾ ਚਾਹੀਦਾ, ਹਰ ਇੱਕ ਬੇਅਦਬੀ ਸਾਡੇ ਪੰਜਾਬ ਦਾ ਦਰਦ ਹੈ, ਸਿੱਖਾਂ ਦਾ ਦਰਦ ਹੈ। ਪਰ ਯਾਰ ਜਿਹੜੀ ਚੀਜ਼ ਨੂੰ ਲੈ ਕੇ ਗਏ ਹੋ ਤੁਸੀਂ ਉਹ ਤਾਂ ਲੈ ਕੇ ਨਹੀਂ ਆਏ।
ਤੁਹਾਨੂੰ ਕੀ ਲੱਗਦਾ ਜਿਹੜੀ ਰਿਪੋਰਟ ਭਗਵੰਤ ਮਾਨ ਨੇ ਸੌਂਪੀ ਹੈਗੀ ਹੈ ਉਹ ਭਾਈ ਅਮਰੀਕ ਸਿੰਘ ਅਜਨਾਲਾ ਉਹਨਾਂ ਨੂੰ ਨਹੀਂ ਸੀ ਲੈਣੀ ਚਾਹੀਦੀ ਜਾਂ ਤੁਹਾਡੇ ਨਾਲ ਰਾਬਤਾ ਕਰਨਾ ਚਾਹੀਦਾ ਸੀ ਕਿਉਂਕਿ ਤੁਸੀਂ ਵੀ ਲਗਾਤਾਰ 6-7 ਮਹੀਨੇ ਤੋਂ ਮੋਰਚਾ ਲਾਇਆ ਹੋਇਆ ਨਾ ਤਾਂ ਅਸੀਂ ਐਡੇ ਵੱਡੇ ਆ ਵੀ ਸਾਡੇ ਨਾਲ ਰਾਬਤਾ ਹੋਵੇ। ਗੱਲ ਇਹ ਆ ਵੀ ਜਦੋਂ ਤੁਹਾਡੇ ਕੋਲੇ ਆ ਗਈ ਆ ਤੁਸੀਂ ਉਹ ਅਵੋਇਡ ਕਰ ਲਓ, ਤੁਸੀਂ ਉਹਨੂੰ ਕਹਿ ਦਿਓ ਵੀ ਨਹੀਂ ਅਸੀਂ ਪੜ੍ਹ ਲਾਂਗੇ, ਤੁਸੀਂ ਸਾਨੂੰ ਦੇਤੀ, ਥੋੜਾ ਸਤਿਕਾਰ ਕਰਦੇ ਆ, ਅਸੀਂ ਇਹਨੂੰ ਪੜ੍ਹ ਲਾਂਗੇ, ਜਿਹੜੇ ਇਸ ਕੇਸ ਦੇ ਨਾਲ ਜੁੜੇ ਬੰਦੇ ਆ ਅਸੀਂ ਉਹਨਾਂ ਨੂੰ ਦੱਸਾਂਗੇ, ਉਹਨਾਂ ਦੇ ਨਾਲ ਗੱਲ ਕਰਾਂਗੇ। ਉਹ ਮੀਡੀਆ 'ਚ ਕਿਉਂ ਐਡਾ ਹੂਆ ਬਣਾਇਆ ਗਿਆ ਲੋਕਾਂ ਨੂੰ ਕਿਉਂ? ਤੁਹਾਡੀ ਗੱਲਬਾਤ ਭਾਈ ਅਜਨਾਲਾ ਸਾਹਿਬ ਨਾਲ ਹੋਈ ਹੈ? ਨਹੀਂ ਜੀ, ਨਹੀਂ ਹੋਈ, ਕਦੇ ਨਹੀਂ ਹੋਈ ਬਾਈ। ਉਹਨਾਂ ਵੱਲੋਂ ਜਾਂ ਤੁਹਾਡੇ ਵੱਲੋਂ ਕੋਈ ਕੋਸ਼ਿਸ਼ ਵੀ ਨਹੀਂ? ਨਹੀਂ ਬਾਈ ਨਹੀਂ, ਮੈਂ ਮਤਲਬ ਇੱਥੋਂ ਆਉਣ ਦੇ ਲਈ ਜ਼ਰੂਰ ਇੱਥੇ ਆਏ ਸੀ, ਲੜ ਕੇ ਗਏ ਆ, ਕੁਛ ਨਾ ਕੁਛ ਉੱਦਾਂ ਦੀਆਂ ਮਤਭੇਦ ਵਾਲੀਆਂ ਗੱਲਾਂ ਕਰਕੇ ਗਏ ਆ, ਤੇ ਮੈਂ ਉੱਥੇ ਉਹਨਾਂ ਨੂੰ ਜਵਾਬ ਵੀ ਇਹ ਦਿੱਤਾ ਸੀ ਵੀ ਉਹ 7 ਸਾਲ ਪੁਰਾਣੀਆਂ ਜਦੋਂ ਬਾਪੂ ਦੀ ਲਾਸ਼ ਘਰੇ ਪਈ ਆ ਤੁਸੀਂ ਉਸ ਗੱਲ ਦਾ ਰੋਸਾ ਰੱਖੀ ਬੈਠੇ ਹੋ। ਉਸ ਦੇ ਉੱਤੇ ਜਦੋਂ ਇੱਕ ਲਾਸ਼ ਘਰੇ ਪਈ ਹੋਵੇ ਤਾਂ ਪਰਿਵਾਰ, ਮੈਂ ਤਾਂ ਬਾਹਰ ਸੀਗਾ, ਮੈਂ ਤਾਂ ਉੱਦੇ ਆਇਆ, ਮੇਰੇ ਲਈ ਤਾਂ ਪੰਜਾਬ ਇੱਕ ਨਵਾਂ ਸੀ, ਮੇਰੇ ਲਈ ਪੰਜਾਬ ਦੇ ਵਿੱਚ ਐਕਸੀਡੈਂਟ ਮੇਰੇ ਬਾਪੂ ਦਾ ਹੋਇਆ ਬਹੁਤ ਵੱਡੀ ਗੱਲ ਸੀ, ਤੇ ਇੱਕ ਇਹ ਨਿਗਾਹ ਸੀ ਵੀ ਮੇਰੇ ਪਿਓ ਦਾ ਕਤਲ ਕਰਤਾ, ਮੇਰਾ ਪਿਓ ਹੈ ਨਹੀਂ ਗਾ ਦੁਨੀਆ ਤੇ ਉਹਦੇ ਤੇ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਉਹ ਮੈਨੂੰ ਸੁੱਝ ਨਹੀਂ ਰਿਹਾ ਸੀ। ਤੇ ਹਾਲਾਂਕਿ ਮੇਰੇ ਕੋਲੇ ਵੀਡੀਓ ਵੀ ਪਈਆਂ, ਮੈਂ ਉਹ ਜਨਤਕ ਵੀ ਕਰੂੰਗਾ, ਇੱਥੋਂ ਵਾਹਿਗੁਰੂ ਕਿਰਪਾ ਕਰਨ ਉਸ ਤੋਂ ਬਾਅਦ ਆਪਾਂ ਜਨਤਕ ਵੀ ਕਰਾਂਗੇ ਜ਼ਰੂਰ, ਬਕਾਇਦਾ ਚੰਗੇ ਤਰੀਕੇ ਦੇ ਨਾਲ ਜਿਹਦਾ ਰੋਸਾ ਪਾਇਆ ਹੋ ਗਿਆ। ਤਾਂ ਇੱਕ ਪਾਸੇ ਹੁਣ ਇਹ ਹੈਗੀ ਹੈ ਜੀ ਗੱਲ, ਉਹ ਰਿਪੋਰਟ ਜਿਹੜੀ ਬਰਗਾੜੀ ਬੇਅਦਬੀ ਮਾਮਲੇ ਦੀ ਰਿਪੋਰਟ ਹੈ ਉਹਦੇ ਵਿੱਚ ਕੱਲ ਦਾ ਮੀਡੀਆ ਦੇ ਵਿੱਚ ਬੜਾ ਚਰਚਿਤ ਆ ਰਿਹਾ ਵੀ ਡੇਰਾ ਸਰਸਾ ਦੇ ਬਲਾਤਕਾਰੀ ਕਾਤਲ ਮੁਖੀ ਗੁਰਮੀਤ ਰਾਮ ਰਹੀਮ ਇਹਦੇ ਵਿੱਚ ਜਿਹੜਾ ਹੈ ਸਿੱਧੇ ਤੌਰ ਤੇ ਦੋਸ਼ੀ ਪਾਇਆ ਗਿਆ, ਤਾਂ ਉਹ ਤੇ ਪਾਇਆ ਗਿਆ, ਪਰ ਨਾਲ ਹੀ ਇੱਕ ਅਕਾਲੀ ਦਲ ਬਾਦਲ ਨੂੰ ਜਿਹੜਾ ਹੈਗਾ, ਤੁਸੀਂ ਵੀ ਭਾਈ ਅਜਨਾਲਾ ਸਾਹਿਬ ਵੀ, ਭਾਈ ਦਾਦੂਵਾਲ ਸਾਹਿਬ ਵੀ, ਧਿਆਨ ਸਿੰਘ ਮੰਡ ਸਾਹਿਬ ਵੀ, ਸਿਮਰਨਜੀਤ ਸਿੰਘ ਮਾਨ, ਜਿੰਨੇ ਵੀ ਮੰਨ ਲਓ ਪੰਥਕ ਅਕਾਲੀ ਦਲ ਬਾਦਲ ਤੋਂ ਬਿਨਾਂ ਸਾਰੀਆਂ ਪੰਥਕ ਧਿਰਾਂ ਅਕਾਲੀ ਦਲ ਬਾਦਲ ਨੂੰ ਵਾਰ-ਵਾਰ ਨਿਸ਼ਾਨੇ ਤੇ ਲੈਂਦੀਆਂ ਹੁੰਦੀਆਂ ਸੀ। ਇਵਨ ਕਿ ਭਗਵੰਤ ਮਾਨ ਵੀ ਸਭ ਤੋਂ ਵੱਧ ਉਹ ਕਹਿੰਦੇ ਸੀ ਵੀ ਅਕਾਲੀ ਦਲ ਬਾਦਲ ਦੋਸ਼ੀ ਆ, ਤਾਂ ਉਹ ਇਸ ਰਿਪੋਰਟ ਜਨਤਕ ਹੋਣ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਕਹਿ ਰਿਹਾ ਵੀ ਸਾਨੂੰ ਝੂਠਾ ਬਦਨਾਮ ਕੀਤਾ ਜਾ ਰਿਹਾ ਸੀ, ਸਾਡਾ ਬੇਅਦਬੀ ਅਮਲ 'ਚ ਕੋਈ ਹੱਥ ਹੀ ਹੈ ਨਹੀਂ। ਬਾਈ ਜੀ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਬਈ ਸਰਕਾਰ ਉੱਥੇ ਮਤਲਬ ਕੀ ਕਹਾਂ ਵੀ ਯਾਰ ਅਮਰੀਕਾ ਦੀ ਸੀਗੀ ਜਾਂ ਤਾਮਿਲਨਾਡੂ ਦੀ ਸੀਗੀ ਜਿਹਦੇ ਵਿੱਚ ਉਹ ਹੈ ਹੀ ਨਹੀਂ। ਸਰਕਾਰ ਸੀ ਬਾਈ ਮੌਜੂਦਾ, 1 ਜੂਨ 2015 ਨੂੰ ਗੁਰੂ ਸਾਹਿਬ ਦੇ ਸਰੂਪ ਚੋਰੀ ਕਰ ਲਏ ਗਏ ਆ, 2015 ਦੀ ਟਰਮ 17 ਤੱਕ ਚੱਲੀ ਆ, ਕਿਹਦੀ ਆ? 12 ਤੋਂ 17 ਤੱਕ ਦੀ ਸਰਕਾਰ ਕਿਹਦੀ ਹੈ? ਅਸਲ ਬੇਅਦਬੀ ਤਾਂ 2007 ਤੋਂ ਲੈ ਕੇ ਚੱਲ ਰਹੀ ਹੈ, ਪੋਸ਼ਾਕ ਵਾਲੀ ਸਰਸੇ ਵਾਲਾ ਤਾਂ ਉਹ ਤੋਂ ਦੋਸ਼ੀ ਹੈ, ਮਾਫੀਨਾਮੇ ਵੀ ਵਿੱਚ ਆਉਂਦੇ ਆ ਉਹਦੇ 'ਚ ਵੀ ਦੋਸ਼ੀ ਹੈ। ਪਰ ਇਹ ਬਿਲਕੁਲ ਤੁਹਾਡੀ ਠੀਕ ਹੈ ਗੱਲ, ਪਰ ਇਹ ਤਾਂ ਇੱਕ ਜ਼ੁਬਾਨੀ ਕਲਾਮੀ ਗੱਲ ਹੋ ਗਈ ਨਾ ਵੀ ਉਹਨਾਂ ਦਾ ਰਾਜ ਸੀ, ਉਹਨਾਂ ਦੀ ਸਰਕਾਰ ਸੀ, ਪਰ ਕੀ ਬੇਅਦਬੀ ਮਾਮਲੇ ਦੀ ਜਿਹੜੀ ਰਿਪੋਰਟ ਹੈਗੀ ਹੈ ਕਾਨੂੰਨੀ ਤੌਰ ਤੇ ਜਿਹੜੇ ਤੁਸੀਂ ਚਲਾਨ ਕਿਹਾ ਉਹਨਾਂ 'ਚ ਵੀ ਇਹਦਾ ਇਸ਼ਾਰਾ ਹੁੰਦਾ? ਗੱਲ ਇਹ ਨਾ ਰਿਪੋਰਟ ਤੇ ਆਪਾਂ ਕਿੰਤੂ ਤਾਂ ਮੈਂ ਤਾਂ ਕਰਾਂ ਨਾ ਗੱਲ ਦਾ ਵੀ ਰਿਪੋਰਟ ਦੇ ਵਿੱਚ ਇਹ ਲਿਖਿਆ ਹੋ ਵੀ ਰਿਪੋਰਟ ਬੰਦ ਹੀ ਹੋ ਗਈ ਹੈ, ਰਿਪੋਰਟ ਤੇ ਖਤਮ ਹੀ ਹੋ ਗਈ ਹੈ, ਹਜੇ ਰਿਪੋਰਟ ਸਬਮਿਟ ਪੂਰੀ ਤਾਂ ਨਹੀਂ ਨਾ ਹੋਈ, ਹਜੇ ਤਾਂ ਕੰਟੀਨਿਊ ਜਾਂਚ ਚੱਲੀ ਜਾਂਦੀ ਆ। ਜਿਵੇਂ 3 ਭਗੌੜੇ ਘਰਾਰਾ ਉਹਨਾਂ ਦੇ ਬਿਆਨਾਂ ਤੇ ਬੰਦੇ ਆਉਣੇ ਆ, ਇੱਥੋਂ ਵਾਲੇ ਕੋਰਟ ਵਾਲੇ ਕਈ ਪ੍ਰੇਮੀਆਂ ਦੇ ਬਿਆਨ ਰਹਿੰਦੇ ਆ, ਕਈਆਂ ਨੂੰ ਫੜਨ ਵਾਲਾ ਹੀ ਰਹਿੰਦਾ, ਕਈਆਂ ਤੇ ਹਜੇ ਜਦੋਂ ਕੋਰਟ ਦੇ ਵਿੱਚ ਹੋਰ ਕੇਸ ਤੇ ਉੱਤੇ ਪੈਰਵਾਈ ਹੋਣੀ ਆ, ਹੋਰ ਵੀ ਕਈਆਂ ਦੇ ਨਾਂ ਨਿਕਲਣੇ ਆ। ਸਰੂਪ ਚੋਰੀ ਹੋਣ ਦਾ ਮਾਮਲਾ ਉਹਦੇ 'ਚ ਡੇਰਾ ਸਰਸਾ ਵੱਲ ਇਸ਼ਾਰਾ ਜਿਹੜਾ ਹੈਗਾ ਫਰੀਦਕੋਟ ਦੀ ਅਦਾਲਤ 'ਚ ਗਿਆ ਹੈਗਾ, POMSG 2 ਫਿਲਮ ਚੱਲਣੀ ਸੀ, ਫਿਰ ਇਹਨਾਂ ਨੇ ਸਰੂਪ ਚੋਰੀ ਕੀਤਾ। ਚਿੱਠੀਆਂ ਵਾਲੇ ਮਾਮਲੇ 'ਚ ਵੀ ਡੇਰਾ ਸਰਸਾ ਜਿਹੜਾ ਦੋਸ਼ੀ ਪਾਇਆ ਗਿਆ, ਉਹਨਾਂ 'ਚ ਉਹਨੂੰ ਜ਼ਮਾਨਤ ਦਿੱਤੀ ਸੀ ਫਰੀਦਕੋਟ ਅਦਾਲਤ ਨੇ। ਤਾਂ ਜਿਹੜਾ ਪਾੜ ਕੇ ਅੰਗ ਖਿਲਾਰਨ ਦੇ ਮਾਮਲੇ ਦੇ ਵਿੱਚ ਦੋਸ਼ੀ ਹੈ, ਤਾਂ ਉਹੀ ਗੱਲ ਦਾ ਜਿਹੜਾ ਕਿ ਉਹ ਚਰਚਾ ਹੋ ਰਹੀ ਵੀ ਉਹ ਦੋਸ਼ੀ ਪਾਇਆ ਗਿਆ, ਫਿਲਹਾਲ ਉੱਥੇ ਤੱਕ ਕੇਸ ਜਿਹੜਾ ਪਹੁੰਚਿਆ। ਬਾਈ ਮੈਨੂੰ ਇਹ ਦੱਸੋ ਬਈ ਇੱਕ ਸਟੇਟ ਦਾ ਮੁਖੀ ਹੋਵੇ ਜਾਂ ਇੱਕ ਸਕੂਲ ਤੇ ਗੱਲ ਲਾ ਲਓ, ਆਪਾਂ ਨਿੱਕੇ ਪੱਧਰ ਤੇ ਆ ਜਾਈਏ, ਇੱਕ ਸਕੂਲ ਦਾ ਪ੍ਰਿੰਸੀਪਲ ਹੋਵੇ ਤੇ ਜੇ ਉੱਥੇ ਕੋਈ ਮਾਸਟਰ 19 ਕੀ ਗੱਲ ਕਰਦਾ ਹੈ ਤਾਂ ਤੁਸੀਂ ਉਸ ਮਾਸਟਰ ਨੂੰ ਫੜੋਗੇ ਕਿ ਪਹਿਲਾਂ ਪ੍ਰਿੰਸੀਪਲ ਕੋਲੇ ਜਾਓਗੇ? ਗੱਲ ਤਾਂ ਇਹ ਹੈ ਨਾ ਵੀ ਜਦੋਂ ਸਰਕਾਰ ਦੇ ਅੰਡਰ ਗੱਲ ਹੋ ਗਈ ਆ, ਸਰਕਾਰ ਚਲਾ ਕੌਣ ਰਿਹਾ ਪੰਜਾਬ 'ਚ? ਸਰਕਾਰ ਹੈ ਕਿਹਦੀ ਆ? ਜਿਹਦੀ ਹੁਣ ਅੱਜ ਇੱਕ ਗੱਲ ਆ ਬਈ ਇੱਕ ਨੌਜਵਾਨ ਦਾ ਕਤਲ ਹੋਇਆ, ਆਪਾਂ ਅੱਗੇ ਵੀ ਗੱਲ ਕਰਦੇ ਹਾਂ, ਕਿਹਦੀ ਸਰਕਾਰ ਦੇ ਵਿੱਚ ਹੋਇਆ? ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਨਾ। ਲਾਅ ਐਂਡ ਆਰਡਰ ਤੇ ਸੈਸ਼ਨ ਦੇ ਵਿੱਚ ਗੱਲਾਂ ਉੱਠ ਖੜੀਆਂ, ਲੋਕਾਂ ਨੇ ਜਾਂ ਆਪਾਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਗੱਲ ਚੱਕੀ ਆ ਵੀ ਪੰਜਾਬ 'ਚ ਲਾਅ ਐਂਡ ਆਰਡਰ ਮੇਨਟੇਨ ਨਹੀਂ ਹੈਗਾ। ਕਿਹਦੇ ਅੰਡਰ ਆ ਬਾਈ? ਭਗਵੰਤ ਮਾਨ ਦੇ ਅੰਡਰ ਆ। ਤੇ ਜੇ ਉੱਥੇ ਹੁਣ ਉਹੀ ਕਾਰਵਾਈ ਉਹ ਕਤਲ ਦੇ ਵਿੱਚ ਪੁਲਿਸ ਵਾਲਿਆਂ ਦੀ ਹੁੰਦੀ ਤਾਂ ਸਿੱਧਾ ਦੋਸ਼ੀ ਭਗਵੰਤ ਮਾਨ ਆ ਨਾ। ਅੱਜ ਵੀ ਭਗਵੰਤ ਮਾਨ ਕਿਤੇ ਨਾ ਕਿਤੇ ਦੋਸ਼ੀਆਂ ਦੀ ਕਤਾਰ ਦੇ ਵਿੱਚ ਇਸ ਕਰਕੇ ਖੜਾ ਹੈ ਜੇ ਉਹ ਸਹੀ ਅਸਲ ਦੋਸ਼ੀਆਂ ਨੂੰ ਜੇਲ੍ਹ 'ਚ ਨਹੀਂ ਬੰਦ ਕਰਦਾ, ਅਸਲ ਕਟਹਿਰੇ ਦੇ ਵਿੱਚ ਨਹੀਂ ਖੜ ਕੇ ਉਹਨਾਂ ਨੂੰ ਸਜ਼ਾਵਾਂ ਹੁੰਦੀਆਂ। ਉਸੇ ਤਰੀਕੇ ਨਾਲ ਜੇ ਬੇਅਦਬੀ ਹੋਈ ਹੈ, ਕਿਹਦੇ ਰਾਜ 'ਚ ਹੋਈ ਹੈ, ਡਿਨਾਈ ਨਹੀਂ ਕਰ ਸਕਦੇ ਬਾਈ। ਕਾਹਦੇ ਲਈ ਆਪਾਂ ਪ੍ਰੈਸ ਕਾਨਫਰੰਸਾਂ ਕਰ ਰਹੇ ਹਾਂ, ਕਾਹਦੇ ਲਈ ਆਪਾਂ ਗੱਲਾਂ ਕਰ ਰਹੇ ਹਾਂ ਕਿ ਬਈ ਅਸੀਂ ਤਾਂ ਹੈ ਹੀ ਨਹੀਂ?
ਇਹਦਾ ਮਤਲਬ ਜੇ ਪਾਏ ਹੁੰਦੇ ਤੁਸੀਂ ਪ੍ਰੈਸ ਕਾਨਫਰੰਸ ਤਾਂ ਫਿਰ ਵੀ ਕਰਨੀ ਸੀ ਵੀ ਸਾਨੂੰ ਝੂਠਾ ਫਸਾਇਆ ਜਾ ਰਿਹਾ। ਸੋ ਇਹ ਗੱਲਾਂ ਮੈਟਰ ਨਹੀਂ ਕਰਦੀਆਂ ਕਿਉਂਕਿ ਹਜੇ ਜਾਂਚ ਚੱਲ ਰਹੀ ਹੈ, ਹਜੇ ਜਾਂਚ ਖਤਮ ਨਹੀਂ ਹੋਈ ਹੈ। ਤੁਹਾਨੂੰ ਅੰਦਾਜ਼ਾ ਹੈ ਵੀ ਬੇਅਦਬੀ ਮਾਮਲਿਆਂ ਦੀ ਜਿਹੜੀ ਜਾਂਚ ਦੇ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਬਾਦਲ ਜਾਣੇ ਦਾ ਕੋਈ ਨੁਮਾਇੰਦਾ ਨਾਮਜ਼ਦ ਕੀਤਾ ਜਾ ਸਕਦਾ, ਇਹ ਅੰਦਾਜ਼ਾ ਨੁਮਾਇੰਦਾ ਕੀ ਪੂਰੀ ਸਰਕਾਰ ਨਾਮਜ਼ਦ ਹੋਊਗੀ ਬਾਈ ਯਾਰ, ਪੂਰੀ ਸਰਕਾਰ ਦੇ ਨੁਮਾਇੰਦੇ ਨਾਮਜ਼ਦ ਹੋਣਗੇ, ਸਰਕਾਰ ਚਲਾਉਣ ਵਾਲੇ ਬੰਦੇ ਨਾਮਜ਼ਦ ਹੋਣੇ ਚਾਹੀਦੇ ਆ। ਜਿਹੜੇ ਏਰੀਏ ਦੇ ਵਿੱਚ ਜੇ ਹੁਣ ਇੱਥੇ ਇੱਕ ਧਰਨਾ ਲੱਗ ਜਾਂਦਾ ਹੈ, ਪੁਲਿਸ ਦੀ ਅਣਗਹਿਲੀ ਕਾਰਨ ਕੋਈ ਗੱਲ ਹੁੰਦੀ ਹੈ ਤੇ ਐਸਐਸਓ ਚੱਕ ਕੇ ਸਸਪੈਂਡ ਕਰ ਦਿੰਦੇ ਆ ਕਿਉਂਕਿ ਜ਼ਿਲ੍ਹੇ ਦਾ ਉਸ ਏਰੀਏ ਦਾ ਮਾਲਕ ਹੁੰਦਾ ਉਹ, ਜਿਹੜੇ ਅੰਡਰ ਥਾਣੇ ਦੇ ਅੰਦਰ ਉਹ ਗੱਲ ਹੁੰਦੀ ਹੈ। ਤੇ ਯਾਰ ਸਰਕਾਰ ਦੇ ਅੰਡਰ ਹੋਇਆ, ਪੰਜਾਬ 'ਚ ਐਡਾ ਵੱਡਾ ਐਕਸੀਡੈਂਟ ਹੋਇਆ, ਨੈਸ਼ਨਲ ਲੈਵਲ ਤੇ ਗੱਲ ਗਈ ਹੈ ਕਿ ਗੁਰੂ ਸਾਹਿਬ ਦੇ ਅੰਗ ਗਲੀਆਂ 'ਚ ਖਿਲਾਰੇ ਗਏ ਆ। ਉਸ ਗੁਰੂ ਦੇ ਜਿਹਨੇ ਜੀਵਤ ਗੁਰੂ ਦਾ ਦਰਜਾ ਮਿਲਿਆ ਹੋਇਆ, ਸਰਬ ਸਾਂਝੀਵਾਲਤਾ ਦਾ ਉਪਦੇਸ਼ ਦਿੰਦਾ, ਸਾਰੇ ਧਰਮਾਂ ਦੀ ਬਾਣੀ ਆ, ਸਾਰਿਆਂ ਦਾ ਸਤਿਕਾਰ ਹੈ। ਤਾਂ ਯਾਰ ਉਹਦੇ 'ਚ ਹਰ ਇੱਕ ਵਰਗ ਨੂੰ ਦੁੱਖ ਲੱਗਿਆ। ਸਰਕਾਰ ਕਿਹਦੀ ਸੀ? ਉਹਨਾਂ ਦੀ ਸੀ। ਤਾਂ ਤੁਸੀਂ ਮੰਨਦੇ ਹੋ ਜਿਹੜੀ ਬਰਗਾੜੀ ਬੇਅਦਬੀ ਮਾਮਲੇ ਦੀ ਰਿਪੋਰਟ ਭਾਈ ਅਜਨਾਲਾ ਸਾਹਿਬ ਨੂੰ 5 ਸਿੰਘਾਂ ਨੂੰ ਸੌਂਪੀ ਗਈ, ਉਹ ਅਜੇ ਅਧੂਰੀ ਹੈ? ਅਧੂਰੀ ਰਿਪੋਰਟ ਦੇ ਉੱਤੇ ਸ਼ੋਸ਼ਾ ਵੱਡਾ ਕੀਤਾ ਗਿਆ, ਆਪਣੇ ਚਿਹਰਿਆਂ ਨੂੰ ਚਮਕਾਉਣ ਦੇ ਲਈ ਸ਼ੋਸ਼ਾ ਕੀਤਾ ਗਿਆ। ਕਿਹਨਾਂ ਵੱਲੋਂ? ਸਰਕਾਰ ਵੱਲੋਂ ਵੀ ਕੀਤਾ ਗਿਆ, ਉਹਨਾਂ ਸਿੱਖ ਆਗੂਆਂ ਦੀ ਵੀ ਕਿਤੇ ਨਾ ਕਿਤੇ ਇਹ ਅਣਗਹਿਲੀ ਹੋਈ ਹੈ, ਬਹੁਤ ਵੱਡੀ ਅਣਗਹਿਲੀ ਹੋਈ ਹੈ। ਉਹ ਸਰਕਾਰ ਦੇ ਇੱਕ ਟ੍ਰੈਪ 'ਚ ਫਸ ਗਏ ਕਿਉਂਕਿ ਦੇਖੋ ਇੱਕ ਪਾਸੇ ਤੁਸੀਂ ਮੋਰਚਾ ਲਾਇਆ ਹੋਇਆ, ਇੱਕ ਪਾਸੇ ਭਾਈ ਅਜਨਾਲਾ ਸਾਹਿਬ ਹੈ, ਉਹ ਵੀ ਸਤਿਕਾਰਤ ਨੇ, ਤੁਸੀਂ ਵੀ ਸਤਿਕਾਰ ਤੋਂ, ਕਿਤੇ ਨਾ ਕਿਤੇ ਤੁਹਾਡੇ ਵੱਲੋਂ ਉਹਨਾਂ ਵੱਲੋਂ ਤੁਹਾਡੇ ਖਿਲਾਫ ਕੁਛ ਨਾ ਕੁਛ ਬਿਆਨਬਾਜ਼ੀ ਹੋਈ ਕਿ ਸਰਕਾਰ ਦੀ ਕੁਛ ਐਸੀ ਪਲੈਨਿੰਗ ਵੀ ਹੈ ਵੀ ਉਹਨਾਂ ਨੂੰ ਰਿਪੋਰਟ ਦੇ ਕੇ ਇਹਨਾਂ ਨੂੰ ਆਪਸ 'ਚ ਉਲਝਾ ਦਿਓ। ਹੋ ਸਕਦਾ ਬਾਈ, ਮੈਂ ਕਹਿੰਦਾ ਮੇਰਾ ਅਜਨਾਲਾ ਸਾਹਿਬ ਨਾਲ ਮੇਰਾ ਨਿੱਜੀ ਕੁਛ ਵੀ ਨਹੀਂ ਹੈ ਬਾਈ, ਮੇਰੇ ਬਹੁਤ ਸਤਿਕਾਰਯੋਗ ਆ, ਮੈਂ ਕਿਉਂ ਕਹੂੰਗਾ ਮੈਂ ਅਜਨਾਲਾ ਸਾਹਿਬ ਨੂੰ ਮਾੜਾ ਕਿਉਂ ਕਹੂੰਗਾ, ਕਿਹੜੀ ਗੱਲ ਤੋਂ? ਪਰ ਜਿਹੜੀ ਸਾਡੀ ਮੁੱਦਿਆਂ ਦੀ ਲੜਾਈ ਆ, ਜਦਰ ਧਿਆਨ ਸਿੰਘ ਮੰਡ ਹੈ, ਮੇਰਾ ਕੀ ਹੈ ਨਿੱਜੀ ਉਹਨਾਂ ਨਾਲ? ਉਹਨਾਂ ਨੇ ਮੋਰਚਾ ਲਾ ਕੇ ਕੌਮ ਨੂੰ ਗੁੰਮਰਾਹ ਕੀਤਾ, ਭਾਵਨਾਵਾਂ ਨੂੰ ਲੋਕਾਂ ਦੀਆਂ ਨੂੰ ਅਸਲ ਤਰੀਕੇ ਦੇ ਨਾਲ ਕਨਵੇ ਨਹੀਂ ਕੀਤਾ, ਜਾਂ ਲੋਕਾਂ ਦੀ ਕੀ ਉੱਥੇ ਮਨਸ਼ਾ ਸੀ ਉਹਨੂੰ ਨਹੀਂ ਜਾਣਿਆ, ਤਾਂ ਲੋਕ ਦੋਸ਼ੀ ਮੰਨਦੇ ਆ। ਨਹੀਂ, ਮੰਡ ਨੇ ਕਿਹੜਾ ਬਈ ਬੇਅਦਬੀ ਕਰਾਈ ਆ, ਜਾਂ ਮੰਡ ਨੇ ਕਿਹੜਾ ਸਰਸੇਲ ਦਾ ਪੱਖ ਪੂਰਤਾ? ਸੋ ਇਹ ਗੱਲਾਂ ਦੀ ਲੜਾਈ ਆ ਸਾਡੀ ਜਿਹੜੀ ਸੋਚ ਆ, ਜਿਹੜੀ ਉਹਦੀ ਇਹ ਲੜਾਈ ਆ ਵੀ ਜੇ ਉਹਨਾਂ ਦਾ ਮੇਰੇ ਨਾਲ ਕੋਈ ਹੈਗਾ, ਮੇਰਾ ਤਾਂ ਹੈ ਨਹੀਂਗਾ, ਮੈਂ ਕਹਿੰਦਾ ਮੇਰਾ ਹੈ ਨਹੀਂਗਾ। ਪਰ ਗੱਲ ਇਹ ਆ ਵੀ ਜਦੋਂ ਕੌਮ ਇੱਕ ਪਾਸੇ ਚੱਲਦੀ ਹੋਵੇ, ਜਿਹੜੇ ਵਹਿਣ 'ਚ ਚੱਲ ਰਹੀ ਹੋਵੇ, ਸਹੀ ਵਹਿਣ 'ਚ ਚੱਲਦੀ ਹੋਵੇ, ਉਹਨੂੰ ਪੱਟ ਕੇ ਇੱਕਦਮ ਪਾਸੇ ਕਰ ਦੇਣਾ ਬਾਈ, ਫਿਰ ਅਸੀਂ ਕਿੱਥੇ ਕੁ ਖੜੇ ਆ? ਫਿਰ ਅਸੀਂ ਕਿਹੜੇ ਸਿੱਖ ਸਹੀ ਖੜੇ ਆ? ਜਦੋਂ ਪਹਿਲੀ ਗੱਲ ਤਾਂ ਬਾਈ ਸਾਥੋਂ ਤਾਂ ਬਗਰਾੜੀ ਵਾਲਾ ਦਾਗ ਨਹੀਂ ਧੋਤਾ ਜਾ ਰਿਹਾ। ਗੱਲ ਕੀ ਹੋਈ ਆ, ਸਰਕਾਰ ਨੇ ਬੰਦਿਆਂ ਨੂੰ ਗੁੰਮਰਾਹ ਕਰਕੇ ਮੋਰਚਾ ਚੁਕਾਤਾ, ਤਾਂ ਇਹ ਉੱਥੇ ਸਾਰੇ ਹੀ ਜਾਂਦੇ ਸੀ ਬਾਈ, ਆਪਾਂ ਸਾਰੇ ਸਿੱਖ ਜਾਂਦੇ ਸੀ ਕਿਉਂਕਿ ਗੁਰੂ ਦੀ ਬੇਅਦਬੀ ਆ, ਸਾਨੂੰ ਦਰਦ ਅਸੀਂ ਜਾਂਦੇ ਸੀ, ਤੇ ਪਰ ਸਾਰੇ ਹੀ ਅਸੀਂ ਦਾਗੀ ਆ, ਅਸੀਂ ਸਾਰੇ ਉਸ ਕਤਾਰ ਦੇ ਵਿੱਚ ਖੜੇ ਆ। ਹਰ ਇੱਕ ਸੋਚਦਾ ਵੀ ਇਹਨਾਂ ਨੇ ਪੈਸੇ ਇਕੱਠੇ ਕਰਨੇ। ਬਰਗਾੜੀ ਮੋਰਚਾ ਚੁੱਕਣ ਸਮੇਂ ਭਾਈ ਧਿਆਨ ਸਿੰਘ ਮੰਡ, ਭਾਈ ਦਾਦੂਵਾਲ, ਉਸ ਵਕਤ ਹੋਰ ਵੀ ਕੁਝ ਆਗੂ ਸੀਗੇ, ਮਾਨ ਸਾਹਿਬ ਦੇ ਆਗੂ ਸੀਗੇ, ਉਹਨਾਂ ਵੱਲੋਂ ਤ੍ਰਿਪਤ ਰਜਿੰਦਰ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਉੱਤੇ ਭਰੋਸਾ ਕਰ ਲਿਆ ਗਿਆ ਕਿਉਂਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਿਹਾ ਸੀ ਨਾ ਵੀ ਅਸੀਂ ਸਜ਼ਾ ਦੇਵਾਂਗੇ, ਸਰਕਾਰ ਰਹਿੰਦੀ ਤੱਕ ਹੱਥਕੜੀਆਂ ਲਾ ਕੇ ਵਿਖਾਵਾਂਗੇ। ਐਡੀ ਵੱਡੀ ਗੱਲ, ਗੁਰੂ ਦੀ ਹਜ਼ੂਰੀ 'ਚ ਉਹਨਾਂ ਨੇ ਵਾਅਦਾ ਕੀਤਾ। ਮਾਨ ਸਾਹਿਬ ਕਹਿੰਦੇ ਅਸੀਂ ਉਹਨਾਂ ਤੇ ਭਰੋਸਾ ਕਰ ਲਿਆ ਵੀ ਗੁਰੂ ਦੀ ਹਜ਼ੂਰੀ ਜਦੋਂ ਵਾਅਦਾ ਹੀ ਕਰਤਾ ਇਹਨਾਂ ਨੇ, ਵਾਅਦਾ ਹੀ ਉਹੀ ਭਰੋਸਾ ਕਰ ਲਿਆ ਤੁਹਾਨੂੰ। ਹਾਂ, ਤਾਂ ਤੁਹਾਨੂੰ ਲੱਗਦਾ ਵੀ ਜਿਹੜਾ ਭਾਈ ਅਜਨਾਲਾ ਸਾਹਿਬ ਨਾਲ ਹੋਈ, ਇਹ ਵੀ ਸੇਮ ਟ੍ਰੈਪ 'ਚ ਫਸਾ ਕੇ ਭਗਵੰਤ ਮਾਨ ਸਰਕਾਰ ਕਰ ਗਈ ਹੈ? ਦੇਖੋ ਜੀ, ਭਗਵੰਤ ਮਾਨ ਸਰਕਾਰ ਕਰ ਗਈ ਆ ਜਾਂ ਆਪਦੇ ਬੰਦੇ ਉਹਨਾਂ ਨੂੰ ਟ੍ਰੈਪ 'ਚ ਫਸਾ ਕੇ ਕਰ ਗਏ ਆ, ਇਹ ਗੱਲ ਤਾਂ ਅਜਨਾਲਾ ਸਾਹਿਬ ਦੱਸ ਸਕਦੇ ਆ ਕਿਉਂਕਿ ਮੈਂ ਕੋਈ ਜੱਜਮੈਂਟ ਤਾਂ ਦੇ ਨਹੀਂ ਰਿਹਾ ਇਹ ਚੀਜ਼ ਦੀ। ਪਰ ਇੰਨਾ ਕਾ ਜਿਸ ਤਰੀਕੇ ਦੇ ਨਾਲ ਆਪਣੇ ਆਪ ਦੀ ਸੂਝ-ਬੂਝ ਤਾਂ ਹੁੰਦੀ ਆ, ਆਪਾਂ ਉਸ ਤਰੀਕੇ ਨਾਲ ਚੱਲ ਸਕਦੇ ਆ। ਹੋ ਸਕਦਾ ਸਰਕਾਰ ਦੇ ਬੰਦਿਆਂ ਨੇ ਟ੍ਰੈਪ 'ਚ ਕੀਤਾ ਹੋਵੇ ਤੇ ਬੰਦੇ ਉਹਦੇ ਨਾਲ 24 ਘੰਟੇ ਰਹਿੰਦੇ ਹੋਣ। ਇਹ ਗੱਲਾਂ ਵਿਚਾਰਨ ਵਾਲੀਆਂ ਬਾਈ, ਕੌੜੀਆਂ ਜ਼ਰੂਰ ਲੱਗਦੀਆਂ। ਜਿਹੜੇ ਆਪਾਂ ਭਗਤੀ ਰੱਖਦੇ ਆ, ਜਿਹੜੇ ਮੇਰੇ ਨਾਲ ਬੰਦੇ ਜੁੜੇ ਆ, ਉਹ ਸੋਚਦੇ ਆ ਵੀ ਸੁਖਰਾਜ ਸਹੀ ਆ, ਤੁਹਾਡੇ ਨਾਲ ਜੁੜਿਆ ਕਹਿਣਗੇ ਜਸਵੀਰ ਸਹੀ ਆ, ਜਿਹੜੇ ਭਾਈ ਸਾਹਿਬ ਨਾਲ ਜੁੜਿਆ ਕਹਿਣਗੇ ਭਾਈ ਸਾਹਿਬ ਸਹੀ ਆ। ਯਾਰ ਗੱਲ ਇਹ ਨਹੀਂ ਆ, ਸਹੀ ਆਪਾਂ ਸਾਰੇ ਆ, ਪਰ ਯਾਰ ਕਦੋਂ ਤੁਸੀਂ ਸਰਕਾਰ ਦੇ ਲਪੇਟੇ 'ਚ ਆ ਕੇ ਗਲਤ ਗੱਲਾਂ ਕਰ ਜਾਂਦੇ ਹੋ, ਤੁਹਾਨੂੰ ਇਹ ਨਹੀਂ ਪਤਾ ਲੱਗਦਾ। ਪੀਕ ਤੇ ਕੰਮ ਹੋਵੇ, ਲੋਕਾਂ ਦੀ ਨਿਗਾਹ ਹੋਵੇ ਬਈ ਸਰਕਾਰ ਕੀ ਕਰਦੀ ਆ, ਜਾਂ ਇਹੀ ਨਿਗਾਹ ਰੱਖ ਲਓ ਵੀ ਉੱਥੇ ਬੈਠੇ ਮੋਰਚੇ ਵਾਲੇ ਕੀ ਕਰਦੇ ਆ। ਆਪਾਂ ਹੀ ਸੋਚ ਚੱਲ ਲਈਏ, ਜੇ ਆਪਾਂ ਵਿਰੋਧ 'ਚ ਨਹੀਂ ਚੱਲ ਹੱਕ 'ਚ ਨਹੀਂ ਚੱਲ ਸਕਦੇ, ਵਿਰੋਧ 'ਚ ਵੀ ਨਾ ਚੱਲ ਗਏ। ਸੋ ਇਹਨਾਂ ਗੱਲਾਂ ਤੇ ਅਜਨਾਲਾ ਸਾਹਿਬ ਨੂੰ ਵੀ ਟ੍ਰੈਪ 'ਚ ਕੀਤਾ ਗਿਆ, ਉਹਨਾਂ ਦੇ ਬੰਦਿਆਂ ਵੱਲੋਂ ਵੀ ਕੀਤਾ ਜਾ ਸਕਦਾ, ਜਾਂ ਉਹਨਾਂ ਦਾ ਸਿੱਧਾ ਵੀ ਹੋ ਸਕਦਾ, ਇਹ ਰੱਬ ਜਾਣਦਾ। ਪਰ ਮੈਂ ਫੇਰ ਤੁਹਾਡੇ ਮਾਧਿਅਮ ਰਾਹੀਂ ਦੱਸਦਾ ਵੀ ਨਿੱਜੀ ਨਹੀਂ ਆ, ਸਾਡਾ ਪੰਥਕ ਆ। ਪੰਥਕ ਵਿਸ਼ਿਆਂ ਦੇ ਉੱਤੇ ਸਾਨੂੰ ਇੱਕ ਦੂਜੇ ਨੂੰ, ਜੇ ਅਸੀਂ ਆਪਦੇ 4 ਭਰਾ ਬੈਠੇ, ਇੱਕ ਉਹਨਾਂ 'ਚੋਂ ਗਲਤੀ ਕਰਕੇ ਆਵੇ ਤੇ 3 ਗਲਤ ਕਹਿਣ ਦੀ ਹਿੰਮਤ ਨਾ ਰੱਖੀਏ, ਫਿਰ ਅਸੀਂ ਭਰਾ ਕਾਹਦੇ, ਸਿੱਖ ਕਾਹਦੇ? ਸੋ ਇਹ ਗੱਲ ਆ, ਜੇ ਜਿੱਥੇ ਗਲਤ ਆ ਉੱਥੇ ਗਲਤ ਆ ਬਾਈ। ਤਾਂ ਬਾਈਬਲ ਕਲਾਂ ਗੋਲੀकांड ਤੇ ਅਸੀਂ ਆਉਣੇ ਆ। ਕਿੰਨੀ ਤਰੀਕ ਨੂੰ ਸਰਕਾਰ ਦਾ ਜਿਹੜਾ ਹੈਗਾ ਉਹ ਸਮਾਂ ਮੁੱਕਣ ਵਾਲਾ, ਜਦੋਂ ਉਹਨਾਂ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਵੀ ਤੁਸੀਂ ਇਹ ਮੋਰਚਾ ਇੰਨਾ ਕੁ ਸਮਾਂ ਸਾਨੂੰ ਹੋਰ ਦੇ ਦਿਓ ਤੇ ਅਸੀਂ ਤੁਹਾਡਾ ਜਿਹੜਾ ਹੈਗਾ ਉਹ ਫਾਈਨਲ ਰਿਪੋਰਟ ਦੇ ਦਿਆਂਗੇ? 10 ਤਰੀਕ ਤੱਕ ਦਾ ਸਮਾਂ, ਜੁਲਾਈ ਤੱਕ ਦਾ ਜਿਹੜਾ ਉਹਨਾਂ ਦਾ ਖਤਮ ਹੁੰਦਾ ਜੀ।
10 ਤਰੀਕ ਨੂੰ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਇੱਕ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਸਾਰੀਆਂ ਸੰਗਤਾਂ ਮਤਲਬ ਘੱਟੋ ਘੱਟ ਨੁਮਾਇੰਦਾ ਆਗੂ ਤਾਂ ਜ਼ਰੂਰ ਪਹੁੰਚਣ ਜਥੇਬੰਦੀਆਂ ਦੇ। ਅਸੀਂ ਕੰਟੈਕਟ ਵੀ ਕਰ ਰਹੇ ਹਾਂ, ਫੋਨ ਵੀ ਲਾਵਾਂਗੇ, ਜ਼ਰੂਰ ਪਹੁੰਚਣ। ਉਹਨਾਂ ਦੇ ਵਿੱਚ ਇਹ ਆ ਕਿ 10 ਤਰੀਕ ਨੂੰ ਜਿਹੜਾ ਵੀ ਫੈਸਲਾ ਹੋਊਗਾ ਸਰਕਾਰ ਵੱਲੋਂ, ਕੋਈ ਵੀ ਹੋਊ ਗੱਲ ਸਾਹਮਣੇ ਹੋਊਗੀ ਤਾਂ ਤੁਹਾਡੇ ਸਾਹਮਣੇ ਹੀ ਉਹ ਅਗਲਾ ਪ੍ਰੋਗਰਾਮ ਆ, ਉੱਥੇ ਹੀ ਉਹਨਾਂ ਸਰਕਾਰ ਦੇ ਬੰਦਿਆਂ ਦੇ ਸਾਹਮਣੇ ਸੰਗਤਾਂ ਨੂੰ ਦੱਸਿਆ ਜਾਊਗਾ, ਸਾਰਿਆਂ ਦੀ ਰਾਏ ਸਲਾਹ ਨਾਲ। ਜੇ ਬਾਈਬਲ ਕਲਾਂ ਮਾਮਲੇ ਦੀ ਜਿਹੜੀ ਫਾਈਨਲ ਰਿਪੋਰਟ ਹੈਗੀ ਜਾਂ ਤੁਹਾਡੇ ਕੋਲ 10 ਜੁਲਾਈ ਤੱਕ ਉਹਨਾਂ ਨੇ ਆਉਣਾ ਹੈ, ਜੇ ਇਹਦੀ ਤੁਹਾਡੀ ਸੰਤੁਸ਼ਟੀ ਨਹੀਂ ਹੁੰਦੀ ਤਾਂ ਅਗਲੇ ਕੁਝ ਸਖਤ ਪ੍ਰੋਗਰਾਮ ਉਹ ਲਿਖੇ ਜਾ ਸਕਦੇ। ਬਿਲਕੁਲ, ਉਹ ਸਾਰੀ ਸੰਗਤ ਜਿਹੜੀ ਤਾਂਹੀਓ ਤਾਂ ਕਹਿ ਰਹੇ ਵੀ ਆਗੂ ਘੱਟੋ ਘੱਟ ਆਗੂ ਤਾਂ ਹੋਣ ਨਾ। ਸੰਗਤ ਨੇ ਤਾਂ ਆਉਣਾ ਹੀ ਆਉਣਾ, ਸੰਗਤ ਵੀ ਆਵੇ, ਸਾਰੇ ਹੀ ਆਉਣ, ਸੁਹਿਰਦ ਬੰਦੇ, ਬੁੱਧੀਜੀਵੀ ਵਕੀਲ ਹੋਣ, ਬੁੱਧੀਜੀਵੀ ਕਥਾਵਾਚਕ ਜਿਹੜੇ ਵੀ ਆ, ਜਿਹੜੇ ਬੰਦੇ ਆ ਉਹ ਸਾਰੇ ਆਉਣ ਜਿਹੜੇ ਗੁਰੂ ਦਾ ਦਰਦ ਰੱਖਦੇ ਆ। ਖੁੱਲਾ ਸੱਦਾ ਹੈ, ਇੱਕ ਵਿਅਕਤੀ ਵਿਸ਼ੇਸ਼ ਦਾ ਮੋਰਚਾ ਨਹੀਂ ਹੈ, ਸਿੱਖਾਂ ਦਾ ਮੋਰਚਾ ਹੈ। ਸਿੱਖ ਧਰਮ ਦੀ ਬੇਅਦਬੀ ਦੀ ਗੱਲ ਹੋ ਰਹੀ ਆ, ਸਿੱਖ ਫਲਸਫੇ ਦੀ ਗੱਲ ਹੋ ਰਹੀ ਆ, ਉਹ ਮੋਰਚਾ ਹੈ ਤੇ ਹਰ ਇੱਕ ਸਿੱਖ ਦਾ ਫਰਜ਼ ਬਣਦਾ ਸਾਰੇ ਆਈਏ। ਉਹਨਾਂ ਸਰਕਾਰ ਦੇ ਆਗੂਆਂ ਦੇ ਅੱਗੇ ਆਪਣੇ ਪ੍ਰੋਗਰਾਮ ਹੋਣਗੇ, ਸਾਹਮਣੇ ਉਹਨਾਂ ਦੇ ਅਗਲਾ ਪ੍ਰੋਗਰਾਮ ਦਿੱਤਾ ਜਾਊਗਾ, ਅਗਲੇ ਨੂੰ ਵੀ ਪਤਾ ਲੱਗੂਗਾ ਵੀ ਵਾਕਈ ਸੁਹਿਰਦ ਹੈ। ਇਹ ਨਹੀਂ ਆ ਵੀ ਅਗਲਾ ਫੈਸਲਾ ਸੁਣਾ ਕੇ ਤੁਰਦਾ ਬਣੂਗਾ ਤੇ ਅਸੀਂ ਚੁੱਪ ਹਾਂ ਨਾ, ਸਾਡਾ ਫੈਸਲਾ ਉਹਦੀ ਸੁਣਾਇਆ ਜਾਊਗਾ। ਜੀ ਤਾਂ ਬਰਗਾੜੀ ਬੇਅਦਬੀ ਮਾਮਲਿਆਂ ਦੀ ਰਿਪੋਰਟ ਜਿਹੜੀ ਹੈਗੀ ਹੈ ਭਗਵੰਤ ਮਾਨ ਨੇ ਕੁਝ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਸੌਂਪ ਦਿੱਤੀ ਹੈ। ਉਸ ਰਿਪੋਰਟ ਸੌਂਪੇ ਜਾਣ ਤੋਂ ਬਾਅਦ ਇੱਕ ਛੋਟੀ ਜਿਹੀ ਚਰਚਾ ਜਿਹੜੀ ਹੈਗੀ ਆ ਉਹ ਸਿੱਖ ਜਥੇਬੰਦੀਆਂ ਦੇ ਵਿੱਚ ਆਪਸੀ ਗੱਲਬਾਤ ਹੋ ਰਹੀ ਹੈ। ਬੇਸ਼ੱਕ ਕਿਤੇ ਨਾ ਕਿਤੇ ਪੱਧਰ ਤੇ ਉਹ ਵਖਰੇਵੇਂ ਹੋਣ ਜਾਂ ਆਪਸੀ ਵਿਚਾਰ ਚਰਚਾ ਹੋਵੇ, ਪਰ ਭਾਈ ਸੁਖਰਾਜ ਸਿੰਘ ਨਿਆਮੀਵਾਲਾ ਨੂੰ ਇਹ ਜਾਪਦਾ ਹੈ ਕਿ ਉਹ ਰਿਪੋਰਟ ਜਿਹੜੀ ਹੈ ਉਹ ਅਧੂਰੀ ਹੈ, ਔਰ ਬਿਲਕੁਲ ਉਹ ਰਿਪੋਰਟ ਅਧੂਰੀ ਹੈ, ਕੋਈ ਫੈਸਲਾ ਫਿਲਹਾਲ ਨਹੀਂ, ਕਿਉਂਕਿ ਕੇਸ ਜਿਹੜਾ ਬੇਅਦਬੀ ਮਾਮਲਿਆਂ ਦਾ ਅਜੇ ਵੀ ਚੱਲ ਰਿਹਾ ਹੈ। ਕੁਝ ਦੋਸ਼ੀ ਜਿਹੜੇ ਨੇ, 3 ਦੋਸ਼ੀ ਡੇਰਾ ਪ੍ਰੇਮੀ ਇਸ ਮਾਮਲੇ ਦੇ ਵਿੱਚ ਭਗੌੜੇ ਨੇ ਅਜੇ ਵੀ, ਤਾਂ ਅਜੇ ਤੱਕ ਫਾਈਨਲ ਜਿਹੜਾ ਹੈਗਾ ਜੱਜਮੈਂਟ ਦਾ ਫੈਸਲਾ ਉਹ ਨਹੀਂ ਆਇਆ ਹੋਇਆ। ਪਰ ਛੋਟਾ ਸਰੂਪ ਜਿਹੜਾ ਕਿ 2019 ਦੇ ਵਿੱਚ ਦੁਆਬੇ ਦੇ ਕਿਸੇ ਇਲਾਕੇ ਦੇ ਵਿੱਚੋਂ ਚੋਰੀ ਹੋਇਆ ਸੀਗਾ, ਭਾਈ ਅਮਰੀਕ ਸਿੰਘ ਅਜਨਾਲਾ, ਰੇਸ਼ਮ ਸਿੰਘ ਖੁਗਰਾਣਾ ਦਾ ਕਹਿਣਾ ਕਿ ਅਸੀਂ ਉਹ ਲੈਣ ਦੇ ਵਾਸਤੇ ਜਾਂ ਉਸ ਕੇਸ ਦੀ ਜਾਂਚ ਦੀ ਮੰਗ ਵਾਸਤੇ ਭਗਵੰਤ ਮਾਨ ਕੋਲ ਗਏ ਸੀ, ਤਾਂ ਉੱਥੇ ਬਰਗਾੜੀ ਮਾਮਲਿਆਂ ਦੀ ਗੱਲ ਚੱਲੀ ਤਾਂ ਉਹਨਾਂ ਨੇ ਕਿਹਾ ਵੀ ਲਓ ਬਰਗਾੜੀ ਦੀ ਰਿਪੋਰਟ ਤੇ ਤਿਆਰ ਹੀ ਹੈ, ਇਹ ਲੈ ਜਾਓ। ਤਾਂ ਉਹ ਰਿਪੋਰਟ ਜਿਹੜੀ ਦੇ ਦਿੱਤੀ ਗਈ ਹੈ, ਪਰ ਉਹ ਰਿਪੋਰਟ ਜਿਹੜੀ ਅਧੂਰੀ ਹੈ, ਇਸ ਤੋਂ ਬਾਅਦ ਚਰਚਾ ਚੱਲ ਰਹੀ ਹੈ। ਦੂਜੇ ਪਾਸੇ ਬਾਈਬਲ ਕਲਾਂ ਗੋਲੀਕਾਂਡ ਦਾ ਜਿਹੜਾ ਮਾਮਲਾ ਹੈ ਉਹ ਬਿਲਕੁਲ ਤਣ ਪੱਤਣ ਲੱਗਣ ਕਿਨਾਰੇ ਆ। 10 ਜੁਲਾਈ 2022 ਨੂੰ ਪੰਜਾਬ ਸਰਕਾਰ ਦੇ ਵਕੀਲਾਂ ਦਾ ਵਫਦ ਜਿਹੜਾ ਉਹ ਤੀਜਾ ਗੇੜਾ ਜਿਹੜਾ ਹੈਗਾ ਇੱਥੇ ਮਹੀਨਾ ਪਰ ਮਹੀਨਾ ਜਿਹੜਾ ਮਾਰਦਾ ਉਹ ਹੋਏਗਾ, ਤਾਂ ਉਹਦੇ ਵਿੱਚ ਕੀ ਫੈਸਲਾ ਹੋਏਗਾ ਕਿ ਸਿੱਖ ਜਥੇਬੰਦੀਆਂ ਉਹ ਫੈਸਲੇ ਤੋਂ ਸੰਤੁਸ਼ਟ ਹੋਣਗੀਆਂ ਜਾਂ ਨਹੀਂ, ਇਸ ਤੇ ਨਿਗਾਹ ਬਣੀ ਰਹੇਗੀ। ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖਦੇ ਰਹੋ ਪੰਜਾਬ KTV ਵੀਡੀਓ ਜਰਨਲਿਸਟ ਅਰਸ਼ਪਿੰਦਰ ਸਿੰਘ ਨਾਲ ਜਸਵੀਰ ਸਿੰਘ, ਬਾਈਬਲ ਕਲਾਂ।